हाँ जी, ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਕਰਦੇ ਹਾਂ ਜੀ ਤੁਹਾਡਾ ਆਮ ਆਦਮੀ ਬ੍ਰੇਨ ਅਕੈਡਮੀ ਉੱਤੇ। ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੰਗਲਿਸ਼ ਦਾ ਡੈਮੋ ਲੈਕਚਰ। ਓਕੇ, ਠੀਕ ਹੈ ਜੀ, ਚਲੋ ਕੰਟੀਨਿਊ ਕਰਦੇ ਹਾਂ, ਜ਼ਿਆਦਾ ਦੇਰੀ ਨਹੀਂ ਕਰਦੇ। ਠੀਕ ਹੈ, ਤਾਂ ਆਪਣਾ ਟੋਟਲ ਟਾਰਗੇਟ ਹੈ ਜੀ 30 ਕੁਐਸਚਨ। ਆਪਾਂ ਪੀਐਸ ਟੈਟ 1 ਦੀ ਤਿਆਰੀ ਕਰ ਰਹੇ ਹਾਂ, ਪੀਐਸ ਟੈਟ 2 ਦੀ ਕਰ ਰਹੇ ਹਾਂ। ਪੂਰੇ 30 ਕੁਐਸਚਨ ਆਪਾਂ ਡੈਫੀਨੇਟਲੀ ਕਰਨੇ ਨੇ। ਠੀਕ ਹੈ, ਚਲੋ ਟੌਪਿਕ ਸਟਾਰਟ ਕਰਦੇ ਹਾਂ। ਆਪਣਾ ਪਹਿਲਾ ਸਟਾਰਟਿੰਗ ਦੇ ਟੌਪਿਕ ਦੇ ਵਿੱਚ ਕੀ ਚੀਜ਼ ਹੈ ਜੀ, ਵਾਟ ਇਜ਼ ਲੈਂਗੁਏਜ। ਸਭ ਤੋਂ ਪਹਿਲਾਂ ਆਪਾਂ ਜੋ ਆਪਣਾ ਟੌਪਿਕ ਡਿਸਾਈਡ ਕੀਤਾ ਸੀ ਲਰਨਿੰਗ, ਠੀਕ ਹੈ, ਐਂਡ ਐਕੁਇਜੀਸ਼ਨ ਆਪਾਂ ਟੌਪਿਕ ਅੱਜ ਕਵਰ ਕਰਨ ਵਾਲੇ। ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਲੈਂਗੁਏਜ ਕੀ ਹੁੰਦੀ ਹੈ। ਠੀਕ ਹੈ, ਅਗਰ ਲੈਂਗੁਏਜ ਵਰਡ ਦੀ ਡੈਰੀਵੇਸ਼ਨ ਦੇਖੀਏ, ਇੱਕ ਲੈਟਿਨ ਭਾਸ਼ਾ ਵਿੱਚੋਂ, ਠੀਕ ਹੈ, ਲੈਟਿਨ ਵਰਡ ਹੈ ਜਿਹਦਾ ਮਤਲਬ ਹੁੰਦਾ ਲਿੰਗੁਆ। ਲਿੰਗੁਆ ਦਾ ਮੀਨਿੰਗ ਹੁੰਦਾ ਜੀ ਟੰਗ। ठीक है, अगर आप ਇਹਦੀ ਇਟਮੀਓਲੋਜੀ मतलब ਇਹਦੀ पूरी देख परख करिए, यानी कि ਇਹਦੀ रिसर्च करिए, तो ਇਹਦਾ मतलब ਕੀ ਬਣਦਾ इन्वॉल्वमेंट ऑफ टंग। इट मीन्स when we speak any language we need to involve our tongue। यानी कि ਆਪਾਂ ਨੂੰ ਆਪਣੀ ਕੀ ਕਰਨੀ ਪਊਗੀ, ਜੀਵ ਦੀ ਇਨਵੋਲਵਮੈਂਟ ਕਰਨੀ ਪਊਗੀ, ਜੀਵ ਦਾ ਇਸਤੇਮਾਲ ਜ਼ਰੂਰ ਕਰਨਾ ਪਊਗਾ, ਜੀਵ ਨੂੰ ਡਿਫਰੈਂਟ ਸ਼ੇਪ ਦੇਣੀ ਪਊਗੀ। ਠੀਕ ਹੈ, ਤਾਂ ਤੁਸੀਂ ਜਾਣਦੇ ਹੋ, ਦੇਖੋ ਪੂਰੇ ਵਰਲਡ ਦੇ ਵਿੱਚ ਮੋਰ ਦੈਨ 5 to 6000 ਲੈਂਗੁਏਜ ਬੋਲੀਆਂ ਜਾਂਦੀਆਂ ਨੇ। ਸਾਰੀ ਲੈਂਗੁਏਜ ਦੀ ਆਪਣੀ ਇੱਕ ਡਾਇਲੈਕਟ ਹੁੰਦੀ ਹੈ, ਠੀਕ ਹੈ, ਆਪਣੀ ਇੱਕ ਟੋਨ ਹੁੰਦੀ ਹੈ। ਲਾਈਕ ਅਗਰ ਤੁਸੀਂ ਦੇਖੋ ਪੰਜਾਬੀ ਵੀ ਬੋਲਦੇ ਆ, ਪੰਜਾਬ ਦੇ ਵਿੱਚ ਨਾ ਪੰਜਾਬੀ ਵੀ ਕਈ ਖੇਤਰਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਬੋਲੀ ਜਾਂਦੀ ਹੈ। ਉਹਨਾਂ ਦੀ ਟੋਨ ਇੱਕ ਅਲੱਗ ਹੈ, ਉਹਨਾਂ ਦੀ ਡਾਇਲੈਕਟ ਇੱਕ ਅਲੱਗ ਹੈ। ਠੀਕ ਹੈ, ਕੋਈ ਬੋਲਦਾ ਕੀ ਕਰਨ ਡਿਆ ਹੈ, ਕੋਈ ਬੋਲਦਾ ਕੀ ਕਰ ਰਹੇ ਹੋ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਡਿਫਰੈਂਸ਼ੀਏਟ ਕਰਦੀਆਂ ਨੇ। ਅੱਛਾ, ਤੁਸੀਂ ਕੋਈ ਵੀ ਲੈਂਗੁਏਜ ਬੋਲਣੀ ਹੋਵੇ ਤਾਂ ਤੁਸੀਂ ਬੋਲ ਕੇ ਵੀ ਦੇਖ ਸਕਦੇ ਹੋ, ਪ੍ਰੈਕਟੀਕਲੀ ਕਰਕੇ ਦੇਖੋ, ਤੁਹਾਡੀ ਜੀਭ ਜ਼ਰੂਰ ਹਿੱਲੂਗੀ ਜਦੋਂ ਵੀ ਤੁਸੀਂ ਕੋਈ ਲੈਂਗੁਏਜ ਬੋਲਦੇ ਹੋ। ਲਾਈਕ ਮੈਂ ਹੁਣ ਪੜ੍ਹਾ ਰਿਹਾ ਤਾਂ ਮੈਨੂੰ ਜੀਭ ਨੂੰ ਇੱਕ ਡਿਫਰੈਂਟ ਤਰੀਕੇ ਨਾਲ ਟਵਿਸਟ ਕਰਨਾ, ਯਾਨੀ ਕਿ ਮੋੜਨਾ ਪੈ ਰਿਹਾ। ਅਗਰ ਮੈਂ ਸਿੱਧੀ ਜੀਭ ਰੱਖ ਕੇ ਬੋਲਣਾ ਚਾਹਾਂ ਤਾਂ ਮੈਂ ਨਹੀਂ ਬੋਲ ਸਕਦਾ। ਤੁਸੀਂ ਚਾਹੋ ਤਾਂ ਪ੍ਰੈਕਟਿਸ ਕਰ ਸਕਦੇ ਹੋ। ਠੀਕ ਹੈ, ਕੋਈ ਸ਼ਕਤੀਮਾਨ ਜਾਂ ਹੀਰੋ ਤਾਂ ਆਪਾਂ ਹੈ ਨਹੀਂ ਜੋ ਬਿਨਾਂ ਟਵਿਸਟ ਕਰੇ ਜੀਭ ਨੂੰ ਬੋਲ ਸਕਦੇ ਹਾਂ। ਠੀਕ ਹੈ, ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਲੈਂਗੁਏਜ ਆਪਾਂ ਨੇ ਪੜ੍ਹ ਲਿਆ ਕਿ ਇਹਦਾ ਮੀਨਿੰਗ ਕੀ ਹੁੰਦਾ, ਕਿ ਜਿਹਨੂੰ ਜੀਭ ਨੂੰ ਟਵਿਸਟ ਕਰਕੇ ਆਪਾਂ ਬੋਲਣਾ ਪਊਗਾ। ਪਰ ਲੈਂਗੁਏਜ ਆਪਾਂ ਨੂੰ ਕੀ ਫਾਇਦੇ ਨੇ, ਲੈਂਗੁਏਜ ਦੇ ਥਰੂ ਆਪਾਂ ਕਿਸੇ ਨਾਲ ਵੀ ਦੇਖੋ, ਆਪਾਂ ਗੱਲਬਾਤ ਕਰਨੀ ਹੈ, ਆਪਣੇ ਆਈਡੀਆਜ਼ ਨੂੰ ਸ਼ੇਅਰ ਕਰਨਾ, ਆਪਣੇ ਮਾਈਂਡ ਦੇ ਵਿੱਚ ਕੋਈ ਵੀ ਥੋਟ ਹੈ ਆਪਾਂ ਸਾਹਮਣੇ ਉਹਨੂੰ ਐਕਸਪ੍ਰੈਸ ਕਰਨਾ ਹੈ, ਜਾਂ ਆਪਣੀ ਫੀਲਿੰਗਸ ਨੂੰ ਕਿਸੇ ਅੱਗੇ ਸ਼ੇਅਰ ਕਰਨਾ, ਤਾਂ ਡੈਫੀਨੇਟਲੀ ਆਪਾਂ ਨੂੰ ਸਾਰਿਆਂ ਨੂੰ ਲੈਂਗੁਏਜ ਦੀ ਜ਼ਰੂਰਤ ਪਊਗੀ। ਚਲੋ ਲੈਂਗੁਏਜ ਦੀ ਇੱਕ ਡੈਫੀਨੇਸ਼ਨ ਦੇਖਦੇ ਹਾਂ। ਲੈਂਗੁਏਜ ਕੀ ਹੁੰਦੀ ਹੈ, ਦੇਖੋ ਲੈਂਗੁਏਜ ਕੀ ਹੈ, स्ट्रक्चर्ड सिस्टम ऑफ कम्युनिकेशन है। देखो एक स्ट्रक्चर बनाया हुआ है लैंग्वेज हर एक लैंग्वेज एवें नहीं है भी कोई स्ट्रक्चर नहीं, आप जिमें मर्जी बोल दिए, कुछ मर्जी बोल दिए। एक स्ट्रक्चर्ड वे है कम्युनिकेशन का, जिहदे विच देखो ग्रामर भी इन्वॉल्व है और वोकैब भी इन्वॉल्व है। वोकैब तो की भाव है जी, जो वर्ड्स होंगे है, ठीक है, आप वो भी लगावांगे, तो ग्रामैटिकली भी वो सेंटेंस अपना ठीक होना चाहिए। हुण मैं तुहानूं कह रहा कि आई लाइक यू, मैं तुहानूं पसंद करदा, दूसरा बोलना लाइक आई यू, ਇਹਦਾ ਕੋਈ ਮਤਲਬ ਨਹੀਂ ਬਣਿਆ ਨਾ। ਤਾਂ ਇੱਕ ਸਿਸਟਮੈਟਿਕ ਤਰੀਕਾ ਹੈ ਜਿਹਦੇ ਵਿੱਚ ਗ੍ਰਾਮਰ ਤੇ ਵੋਕੈਬ ਪ੍ਰੋਪਰ ਹੋਣਾ ਚਾਹੀਦਾ। ਠੀਕ ਹੈ, ਹੁਣ ਮੈਂ ਤੁਹਾਨੂੰ ਪਸੰਦ ਕਰਦਾ ਬਟ ਮੈਂ ਤੁਹਾਨੂੰ ਲਾਈਕ ਦੀ ਜਗ੍ਹਾ ਕੁਝ ਹੋਰ ਕਹਿ ਰਿਹਾ, ਹੇਟ ਕਹਿ ਰਿਹਾ, ਤਾਂ ਇਹਦਾ ਮਤਲਬ ਮੇਰੀ ਵੋਕੈਬ ਠੀਕ ਨਹੀਂ ਆ। ਤਾਂ ਵੋਕੈਬ ਪਲੱਸ ਗ੍ਰਾਮਰ ਦਾ ਕੰਬੀਨੇਸ਼ਨ ਹੈ, ਉਹ ਠੀਕ ਹੋਣਾ ਚਾਹੀਦਾ। ਔਰ ਲੈਂਗੁਏਜ ਨੂੰ ਆਪਾਂ ਯੂਜ਼ ਕਰਦੇ ਹਾਂ, ਆਪਣਾ ਪ੍ਰਾਇਮਰੀ ਮੀਨਸ ਕੀ ਹੈ ਲੈਂਗੁਏਜ ਦਾ, ਦੂਸਰੇ ਨੂੰ ਕਨਵੇ ਕਰਨਾ। ਠੀਕ ਹੈ, ਆਪਣਾ ਮੈਸੇਜ, ਆਪਾਂ ਕੋਈ ਵੀ ਮੈਸੇਜ ਅਗਰ ਦੂਸਰੇ ਨੂੰ ਕਨਵੇ ਕਰ ਰਹੇ ਹਾਂ ਤਾਂ ਲੈਂਗੁਏਜ ਦੇ ਥਰੂ ਹੀ ਕਰਾਂਗੇ। ਅੱਛਾ ਜੀ, ਲੈਂਗੁਏਜ ਨਾ ਸਪੋਕਨ ਵੀ ਹੁੰਦੀ ਹੈ ਜੀ, ਰਿਟਨ ਵੀ ਹੁੰਦੀ ਹੈ। ਲੈਂਗੁਏਜ ਨੂੰ ਆਪਾਂ ਬੋਲ ਕੇ ਵੀ ਦੱਸ ਸਕਦੇ ਹਾਂ, ਲਿਖ ਕੇ ਵੀ ਦੱਸ ਸਕਦੇ ਹਾਂ, ਈਵਨ ਕਿ ਸਾਈਨ ਲੈਂਗੁਏਜ ਦਾ ਯੂਜ਼ ਆਪਾਂ ਇਸ਼ਾਰਿਆਂ ਦੇ ਨਾਲ ਵੀ ਕਰਦੇ ਹਾਂ। ਦੇਖੋ ਕੋਈ ਛੋਟਾ ਬੱਚਾ ਹੁੰਦਾ ਜਾਂ ਕੋਈ ਵੀ ਮੰਨ ਲਓ ਪਰਸਨ ਹੈ ਜੋ ਡੰਬ ਹੈ, ਬੋਲ ਨਹੀਂ ਸਕਦਾ, ਤਾਂ ਉਹ ਪਰਸਨ ਕੀ ਕਰੂਗਾ, ਇਸ਼ਾਰਿਆਂ ਦੇ ਨਾਲ। ਠੀਕ ਹੈ, ਲਾਈਕ ਇੱਕ ਕੁਝ ਜੋ ਡੰਬ ਪਰਸਨ ਹੁੰਦੇ ਨੇ ਸਪੈਸ਼ਲੀ ਲੈਂਗੁਏਜ ਸਿਖਾਈ ਜਾਂਦੀ ਹੈ, ਸਾਈਨ ਲੈਂਗੁਏਜ, ਜਿਹਦੇ ਥਰੂ ਉਹ ਕੀ ਕਰਦੇ ਨੇ, ਕਨਵੇ ਕਰਦੇ ਨੇ ਆਪਣੀ ਗੱਲਬਾਤ। ਠੀਕ ਹੈ, आई होप ਤੁਹਾਨੂੰ ਲੈਂਗੁਏਜ ਦੇ ਬਾਰੇ ਹੁਣ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਹੁਣ ਮੈਂ ਗੱਲ ਕਰਦਾ ਪੂਰੇ ਵਰਲਡ ਦੇ ਵਿੱਚ, ਅਗਰ ਗੱਲ ਕਰੀਏ 5000 ਤੋਂ 7000 ਲੈਂਗੁਏਜ ਤਾਂ ਬੋਲੀਆਂ ਜਾਂਦੀਆਂ, ਡਿਫਰੈਂਟ ਲੈਂਗੁਏਜ ਜਾਂਦੀਆਂ ਨੇ। ਪਰ ਇਹਨਾਂ ਦੇ ਵਿੱਚ ਇੱਕ ਖਾਸ ਗੱਲ ਕੀ ਹੈ ਕਿ ਇੰਗਲਿਸ਼ ਜੋ ਉਰੇ ਬੋਲੀ ਜਾਂਦੀ ਹੈ, ਸੇਮ ਐਜ਼ ਇਟ ਇਜ਼ ਵਰਡ ਇੰਗਲਿਸ਼ ਦੇ ਯੂਐਸਏ ਦੇ ਵਿੱਚ ਵੀ ਉਹੀ ਹੋਣ। ਠੀਕ ਹੈ, ਤਾਂ ਇਸ ਤਰੀਕੇ ਨਾਲ ਲੈਂਗੁਏਜ ਦੇ ਕੁਝ ਆਪਾਂ ਨੂੰ ਪਹਿਲਾਂ ਆਪਾਂ ਦੇਖਾਂਗੇ ਕਿ ਲੈਂਗੁਏਜ ਦੇ ਆਪਣੇ ਕੋਲ ਕੀ ਇੰਪੋਰਟੈਂਟ, ਕਿਉਂ ਇੰਪੋਰਟੈਂਟ ਆਪਣੇ ਲਈ। फिर आप गल करांगे उहदे लैंग्वेज के की करैक्टर होने चाहिए। ठीक है, चलो गल करते हैं हाउ इंपॉर्टेंट इज लैंग्वेज कितनी इंपॉर्टेंट है अपने लिए, आप किस चीज के लिए लैंग्वेज का यूज कर, राइट है। चलो लैंग्वेज की करते, कहते इट यूज टू एक्सप्रैस फीलिंग्स एंड नीड।
ਕਹਿੰਦੇ ਅਗਰ ਆਪਾਂ ਨੇ ਆਪਣੀ ਕੋਈ ਫੀਲਿੰਗ ਨੂੰ ਐਕਸਪ੍ਰੈਸ ਕਰਨਾ ਹੈ, ਲਾਈਕ ਆਪਾਂ ਇੱਕ ਫਲ ਫਰੂਟ ਵਾਲੀ ਰੇੜੀ ਤੇ ਗਏ, ਉੱਥੇ ਆਪਾਂ ਨੇ ਸੇਬ ਮੰਗਣੇ ਆ, ਤਾਂ ਆਪਾਂ ਨੂੰ ਜਾ ਕੇ ਮੰਗਣੇ ਪੈਣਗੇ ਕਿ ਸਰ ਆ 1 kg ਸਾਨੂੰ ਐਪਲ ਦੇ ਦਿਓ। ਆਪਾਂ ਨੂੰ ਫੀਲਿੰਗ ਨੂੰ ਐਕਸਪ੍ਰੈਸ ਕਰਨਾ ਪਊਗਾ, ਬੋਲ ਕੇ ਦੱਸਣਾ ਪਊਗਾ। ਜਾਂ ਫਿਰ ਆਪਾਂ ਈ ਊ ਕਰਾਂਗੇ ਤਾਂ ਉਹਨੂੰ ਕੋਈ ਸਮਝ ਨਹੀਂ ਆਊਗਾ, ਉਹ ਕਹੂਗਾ ਯਾਰ ਮੈਨੂੰ ਨਹੀਂ ਸਮਝ ਆ ਰਿਹਾ। ਠੀਕ ਹੈ, ਆਪਣੀ ਕੋਈ ਵੀ ਨੀਡ ਹੈ, ਦੇਖੋ ਇਹਦੇ ਵਿੱਚ ਕੁਝ ਐਕਸੈਪਸ਼ਨਸ ਹੋ ਜਾਂਦੀਆਂ, ਲਾਈਕ ਇੱਕ ਬੱਚਾ ਦੇਖੋ ਕਰਾਈ ਕਰਦਾ, ਉਹ ਬੋਲ ਨਹੀਂ ਪਾ ਰਿਹਾ, ਉਹਦੀ ਮਾਂ ਨੂੰ ਪਤਾ ਹੈ ਕਿ ਉਹ ਕੀ ਮੰਗ ਰਿਹਾ, ਡਿਮਾਂਡ ਕੀ ਕਰ ਰਿਹਾ। ਠੀਕ ਹੈ, ਜਾਂ ਫਿਰ ਅੱਜ ਕੱਲ ਡੇਲੀ ਆਪਣੇ ਜੋ ਕਪਲਸ ਨੇ ਸੋਨਾ ਬਾਬੂ, ਉਹ ਇੱਕ ਦੂਜੇ ਨੂੰ ਬਿਨਾਂ ਕੁਝ ਕਹੇ ਸਮਝਣ ਦੀ ਗੱਲ ਕਰਦੇ ਨੇ, ਉਹ ਦੇਖੋ ਇਹ ਟੌਪਿਕ ਤੋਂ ਆਊਟ ਹੈ ਗੱਲਾਂ। ਚਲੋ ਦੂਸਰਾ ਗੱਲ ਕਰਦੇ ਹਾਂ ਜੀ, ਇੰਟਰੈਕਟ ਇਨ ਸੋਸ਼ਲ ਸੈਟਿੰਗ। ਦੇਖੋ ਆਪਾਂ ਕੋਈ ਵੀ ਸਮਾਜ ਦੇ ਵਿੱਚ ਬੈਠੇ ਆ, ਆਪਾਂ ਨੇ ਕੋਈ ਵੀ ਗੱਲਬਾਤ ਦੇ ਵਿੱਚ ਇੰਟਰੈਕਟ ਕਰਨਾ ਹੈ ਸਮਾਜ ਦੇ ਵਿੱਚ, ਤਾਂ ਸਮਾਜ ਦੇ ਵਿੱਚ ਦੇਖੋ ਆਪਾਂ ਅਗਰ ਪੰਜਾਬ ਦੇ ਵਿੱਚ ਬੈਠੇ ਆ ਤਾਂ ਮੋਸਟ ਪ੍ਰੋਬਬਲੀ ਪੰਜਾਬੀ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਜਾਂ ਇੰਗਲਿਸ਼ ਦੇ ਵਿੱਚ ਗੱਲ ਕੀਤੀ ਜਾਂਦੀ ਹੈ। ਸੋ ਦੈਟਸ ਵਾਈ ਵੀ ਨੀਡ ਲੈਂਗੁਏਜ ਟੂ ਅਗਰ ਆਪਾਂ ਸਮਾਜ ਦੇ ਵਿੱਚ ਕੁਝ ਵੀ ਚੀਜ਼ਾਂ ਇੰਟਰੈਕਟ ਕਰਨੀਆਂ। ਠੀਕ ਹੈ, ਚਾਹੇ ਉਹ ਇੰਟਰੈਕਸ਼ਨ ਕਿਸੇ ਵੀ ਟੌਪਿਕ ਤੇ ਹੋਵੇ, ਫਾਰਮਲ ਟੌਪਿਕ ਤੇ ਹੋਵੇ, ਇਨਫਾਰਮਲ ਟੌਪਿਕ ਤੇ ਹੋਵੇ, ਕੋਈ ਵੀ ਟੌਪਿਕ ਲਈ ਆਪਾਂ ਨੂੰ ਲੈਂਗੁਏਜ ਦੀ ਐਂਡ ਯੂਜ਼ ਲੈਂਗੁਏਜ ਟੂ ਮੇਕ ਫਰੈਂਡਸ। ਲਾਈਕ ਤੁਸੀਂ ਦੇਖੋ ਅਗਰ ਤੁਸੀਂ ਇੱਕ ਟ੍ਰੇਨ 'ਚ ਸਫ਼ਰ ਕਰ ਰਹੇ ਹੋ ਤਾਂ ਡੈਫੀਨੇਟਲੀ ਤੁਹਾਨੂੰ ਇੱਕ ਮਤਲਬ ਲਾਈਕ ਸਾਊਥ ਇੰਡੀਅਨ, ਕੋਈ ਵੀ ਸਾਊਥ ਇੰਡੀਅਨ ਪਰਸਨ ਮਿਲਦਾ ਜੋ ਕਿ ਮਲਿਆਲਮ ਬੋਲਦਾ ਹੈ। ਠੀਕ ਹੈ, ਮਲਿਆਲਮ ਕਿੱਥੇ ਬੋਲੀ ਜਾਂਦੀ ਹੈ? ਕੇਰਲਾ ਦੇ ਵਿੱਚ। ਤਾਂ ਤੁਸੀਂ ਉਹ ਲੈਂਗੁਏਜ ਉਹਦੀ ਤੁਹਾਨੂੰ ਨਹੀਂ ਆਉਂਦੀ, ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਤੁਹਾਨੂੰ ਪੰਜਾਬੀ ਆਉਂਦੀ ਹੈ ਔਰ ਕੋਈ ਮੀਡੀਅਮ ਨਹੀਂ ਹੈ, ਠੀਕ ਹੈ, ਉਹਨਾਂ 'ਚ ਗੱਲ ਕਰਨ ਦਾ, ਤਾਂ ਤੁਹਾਨੂੰ ਉਹਨੂੰ ਫਰੈਂਡ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਡਿਫੀਕਲਟੀ ਆਊਗੀ, ਤੁਸੀਂ ਕਨਵਰਸੇਸ਼ਨ ਨਹੀਂ ਕਰ ਪਾਓਗੇ। ਠੀਕ ਹੈ, ਤਾਂ ਜੋ ਲੈਂਗੁਏਜ ਹੈ, ਅਗਰ ਤੁਹਾਨੂੰ ਦੇਖੋ ਅਗਰ ਤੁਸੀਂ ਉਹਨਾਂ ਦੀ ਲੈਂਗੁਏਜ ਜਾਣਦੇ, ਮੰਨ ਲਓ ਤੁਹਾਨੂੰ ਇੰਗਲਿਸ਼ ਆ ਰਹੀ ਹੈ, ਉਹਨੂੰ ਵੀ ਇੰਗਲਿਸ਼ ਆ ਰਹੀ ਹੈ, ਇੱਕ ਲੈਂਗੁਏਜ ਦਾ ਜੋ ਬੈਰੀਅਰ ਸੀ ਉਹ ਹਟ ਗਿਆ, ਤਾਂ ਤੁਸੀਂ ਡੈਫੀਨੇਟਲੀ ਈਜ਼ੀਲੀ ਫਰੈਂਡ ਬਣਾ ਪਾਓ। ਠੀਕ ਹੈ, ਲੈਂਗੁਏਜ ਕੀ ਯੂਜ਼ ਕਰਦੀ ਹੈ? ਆਪਣੇ ਡਿਸਕਸ ਆਈਡੀਆ। ਲਾਈਕ ਦੇਖੋ ਮੈਂ ਉਰੇ ਆਪਣਾ ਆਈਡੀਆ ਡਿਸਕਸ ਕਰ ਰਿਹਾ, ਮੈਂ ਤੁਹਾਨੂੰ ਟੀਚ ਕਰ ਰਿਹਾ ਇੰਗਲਿਸ਼, ਓਕੇ, ਤਾਂ ਮੈਂ ਜੋ ਕਮਿਊਨੀਕੇਸ਼ਨ ਦਾ ਵੇ ਯੂਜ਼ ਕਰ ਰਿਹਾ ਇੰਗਲਿਸ਼ ਪਲੱਸ ਪੰਜਾਬੀ ਦੋਨੋਂ ਵੇ ਯੂਜ਼ ਕਰ ਰਿਹਾ, ਤਾਂ ਇੱਕ ਡਿਸਕਸ ਕਰਨ ਲਈ, ਮੈਂ ਆਪਣਾ ਆਈਡੀਆ ਡਿਸਕਸ ਕਰਨ ਲਈ ਕਮਿਊਨੀਕੇਸ਼ਨ ਕਰ ਰਿਹਾ ਤੇ ਤੁਹਾਨੂੰ ਉਹ ਸਮਝ ਆ ਰਿਹਾ। ਦੇਖੋ ਤੁਹਾਨੂੰ ਵੀ ਪਤਾ ਕਿ ਸਰ ਪੰਜਾਬੀ ਜਾਂ ਇੰਗਲਿਸ਼ ਦੇ ਵਿੱਚ ਹੀ ਗੱਲ ਕਰ ਰਹੇ ਨੇ, ਕੋਈ ਉਰਦੂ ਦੇ ਵਿੱਚ ਨਹੀਂ ਕਰ ਰਹੇ, ਤਾਂ ਆਪਾਂ ਨੂੰ ਲੈਂਗੁਏਜ ਕੋਈ ਵੀ ਡਿਸਕਸ ਆਈਡੀਆ ਕਰਨਾ ਕਰਨ ਲਈ। ਔਰ ਲਰਨ ਫਰੋਮ ਅਦਰਸ, ਤੁਸੀਂ ਮੇਰੇ ਤੋਂ ਸਿੱਖ ਰਹੇ ਹੋ ਤਾਂ ਤੁਹਾਨੂੰ ਡੈਫੀਨੇਟਲੀ ਤੁਹਾਨੂੰ ਵੀ ਲੈਂਗੁਏਜ ਆਉਣੀ ਜ਼ਰੂਰੀ ਹੈ। ਠੀਕ ਹੈ, ਅਗਰ ਤੁਹਾਨੂੰ ਨਹੀਂ ਆਊਗੀ ਤਾਂ ਤੁਸੀਂ, ਮੈਂ ਮਲਿਆਲਮ ਦੇ ਵਿੱਚ ਪੜ੍ਹਾ ਰਿਹਾ, ਤੁਹਾਨੂੰ ਮਲਿਆਲਮ ਨਹੀਂ ਆਉਂਦੀ ਤਾਂ ਤੁਸੀਂ ਸਿੱਖ ਨਹੀਂ ਸਕਦੇ। ਠੀਕ ਹੈ, ਆਪਾਂ ਨੂੰ ਸਿੱਖਣ ਦੇ ਲਈ ਲੈਂਗੁਏਜ ਦੀ ਜ਼ਰੂਰਤ ਹੈ। ਐਂਡ ਗੇਨ ਇਨਫੋਰਮੇਸ਼ਨ ਫਰੋਮ ਦਾ ਵਰਡ। ਅਗਰ ਆਪਾਂ ਦੇਖੋ ਇਨਫੋਰਮੇਸ਼ਨ ਲੈਣੀ ਹੈ, ਆਪਾਂ ਇਨਫੋਰਮੇਸ਼ਨ ਕਿਵੇਂ ਲੈਣੇ ਆ? ਵਰਡ ਦੇ ਵਿੱਚ। ਲਾਈਕ ਆਪਾਂ ਨੇ ਇੰਟਰਨੈਟ ਤੋਂ ਇਨਫੋਰਮੇਸ਼ਨ ਲੈਣੀ ਹੈ ਤਾਂ ਆਪਾਂ ਨੂੰ ਇੰਗਲਿਸ਼ ਦੇ ਵਿੱਚ ਟਾਈਪ ਕਰਨਾ ਆਉਣਾ ਚਾਹੀਦਾ, ਆਪਾਂ ਨੂੰ ਇੰਗਲਿਸ਼ ਦੇ ਵਿੱਚ ਰੀਡ ਕਰਨਾ ਆਉਣਾ ਚਾਹੀਦਾ, ਆਪਾਂ ਨੂੰ, ਠੀਕ ਹੈ, ਇੰਗਲਿਸ਼ ਦੇ ਵਿੱਚ ਰਾਈਟ ਕਰਨਾ ਵੀ ਆਉਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਇਨਫੋਰਮੇਸ਼ਨ ਲੈਣ ਦੇ ਵਿੱਚ ਫਿਰ ਹੈਲਪਫੁਲ ਨੇ। ਔਰ ਗੱਲ ਕਰਦੇ ਹਾਂ ਕਮਿਊਨੀਕੇਸ਼ਨ ਐਂਡ ਸੋਸ਼ਲ ਸਕਿੱਲਸ। ਹੁਣ ਆਪਾਂ ਦੇਖੋ ਸਮਾਜ ਦੇ ਵਿੱਚ ਕਮਿਊਨੀਕੇਟ ਕਰਦੇ ਹਾਂ ਜਾਂ ਕੋਈ ਵੀ ਕੰਮ ਕਰਨਾ ਹੈ ਤਾਂ ਡੈਫੀਨੇਟਲੀ ਲੈਂਗੁਏਜ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ, ਲਰਨਰਸ ਟੂ ਟੇਕ ਟਰਨ ਇਨਟੂ ਕਨਵਰਸੇਸ਼ਨ। ਆਪਾਂ ਨੂੰ ਇਹ ਲਰਨ ਕਰਨਾ ਜ਼ਰੂਰੀ ਹੈ ਕਿ ਦੇਖੋ ਕੋਈ ਵੀ ਕਨਵਰਸੇਸ਼ਨ ਚੱਲ ਰਹੀ ਹੈ, ਉਹਦੇ ਵਿੱਚ ਆਪਾਂ ਨੇ ਕਿਸ ਤਰੀਕੇ ਨਾਲ ਐਂਟਰੀ ਲੈਣੀ ਹੈ, ਇਹਦੇ ਵੀ ਇੱਕ ਡਿਫਰੈਂਟ ਵੇਜ਼ ਹੁੰਦੇ ਨੇ ਔਰ ਇਹ ਲੈਂਗੁਏਜ ਦੇ ਤਰੀਕੇ ਆਪਾਂ ਲੈ ਸਕਦੇ ਹਾਂ। ਕੋਈ ਵੀ ਕਨਫਲਿਕਟ ਨੂੰ ਰਿਜ਼ੋਲਵ ਕਰਨਾ ਹੈ ਤਾਂ ਵੀ ਆਪਾਂ ਨੂੰ ਇੰਪੋਰਟੈਂਟ। ਤਾਂ ਆਪਾਂ ਨੇ ਕੁਝ ਪੁਆਇੰਟਸ ਦੇਖੇ ਕਿ ਲੈਂਗੁਏਜ ਆਪਣੀ ਕਿੰਨੀ ਇੰਪੋਰਟੈਂਟ ਹੈ ਔਰ ਕਿਸ ਤਰੀਕੇ ਨਾਲ ਇੰਪੋਰਟੈਂਟ ਹੈ, ਕੀ ਬੈਨੀਫਿਟ ਨੇ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ, ਦੇਖੋ ਇੱਕ ਲੈਂਗੁਏਜ ਹੈ ਨਾ, ਉਹਦੇ ਕੋਈ ਸਪੈਸ਼ਲ ਕਰੈਕਟਰ ਹੋਣੇ ਚਾਹੀਦੇ ਨੇ। ਆਪਾਂ ਮੈਡਮ ਤੋਂ ਜਾਣਦੇ ਹਾਂ, ਮੈਮ ਆਪਾਂ ਨੂੰ ਦੱਸਣਗੇ ਕਿ ਲੈਂਗੁਏਜ ਦੇ ਕੀ ਕਰੈਕਟਰ ਹੋਣੇ ਚਾਹੀਦੇ। ਫਿਰ ਮੈਮ ਤੋਂ ਬਾਅਦ ਮੈਂ ਤੁਹਾਨੂੰ ਪ੍ਰੋਪਰ ਐਕਸਪਲੇਨ ਕਰੂੰਗਾ ਕੱਲਾ ਕਰੈਕਟਰ। ਠੀਕ ਹੈ, ਇੱਕ ਵਾਰ ਆਪਾਂ ਰੀਡ ਕਰਦੇ ਹਾਂ ਕਿ ਕੀ ਕਰੈਕਟਰ ਹੋਣੇ ਚਾਹੀਦੇ। ਮੈਮ ਕਹਿ ਰਹੇ ਨੇ ਲੈਂਗੁਏਜ ਇਜ਼ ਆਰਬਿਟਰਰੀ। ਆਰਬਿਟਰਰੀ ਦਾ ਮਤਲਬ ਕੀ ਹੈ ਜੀ? ਰੈਂਡਮ। ਲੈਂਗੁਏਜ ਕੀ ਹੈ? ਰੈਂਡਮ ਹੈ। ਰੈਂਡਮ ਦਾ ਮਤਲਬ ਕੀ ਹੈ? ਦੇਖੋ ਹੁਣ ਲੈਂਗੁਏਜ ਆਪਾਂ ਡਿਫਰੈਂਟ ਲੈਂਗੁਏਜ ਦੇ ਵਿੱਚ ਕਹਿੰਦੇ ਆ ਕਿ ਇਹ ਡੌਗ ਹੈ, ਇਹ ਕੈਟ ਹੈ। ਦੇਖੋ ਇੰਗਲਿਸ਼ ਦੇ ਵਿੱਚ ਆਪਾਂ ਡੌਗ ਕਹਿੰਦੇ ਆ, ਪੰਜਾਬੀ ਦੇ ਵਿੱਚ ਕੁੱਤਾ, ਹਿੰਦੀ ਦੇ ਵਿੱਚ ਕੁੱਤਾ, ਕਿਸੇ ਹੋਰ ਲੈਂਗੁਏਜ 'ਚ ਹੋਰ ਕੁੱਤਾ। ਬਟ ਜੇ ਅਗਰ ਆਪਾਂ ਕੁੱਤੇ ਨੂੰ ਫਿਜ਼ੀਕਲੀ ਦੇਖਦੇ ਹਾਂ, ਡੌਗ ਨੂੰ, ਤਾਂ ਉਹਦੀ ਸਟਰਕਚਰ ਦਾ ਉਹਦੇ ਨਾਮ ਨਾਲ ਕੋਈ ਸੰਬੰਧ ਹੈ? ਆਪਾਂ ਲਿੰਕ ਕਰ ਸਕਦੇ ਹਾਂ ਉਹਦੇ ਨਾਮ ਨਾਲ? ਆਪਾਂ ਕੋਈ ਵੀ ਲਿੰਕ ਨਹੀਂ ਹੈ। ਤਾਂ ਆਰਬਿਟਰਰੀ ਵਰਡ ਯੂਜ਼ ਹੋਏ ਨੇ। ਇਹ ਕਿੱਥੋਂ ਆਇਆ ਕੁੱਤਾ ਵਰਡ? ਆਪਾਂ ਨੂੰ ਕੁਝ ਨਹੀਂ ਪਤਾ। ਠੀਕ ਹੈ, ਕਿਉਂ ਯੂਜ਼ ਕੀਤਾ ਗਿਆ? ਇਹ ਹੌਲੀ ਇਵੋਲਵ ਹੋ ਕੇ ਆਇਆ। ਦੇਖੋ ਪੰਜਾਬੀ ਦੇ ਵਿੱਚ ਇਹਨੂੰ ਕੁੱਤਾ ਕਹਿ ਰਹੇ ਆ, ਇੰਗਲਿਸ਼ ਦੇ ਵਿੱਚ ਡੌਗ ਕਹਿ ਰਹੇ ਆ। ਹੁਣ ਦੇਖੋ ਜਿਹਨੂੰ ਇੰਗਲਿਸ਼ ਨਹੀਂ ਆਉਂਦੀ, ਠੀਕ ਹੈ, ਉਹ ਕੀ ਸਮਝੂਗਾ? ਡੌਗ ਨੂੰ ਮਤਲਬ ਨਹੀਂ ਸਮਝੂਗਾ। ਆਪਾਂ ਉਹਨੂੰ ਅਗਰ ਫਿਜ਼ੀਕਲੀ ਦਿਖਾ ਦਈਏ ਤਾਂ ਉਹਨੂੰ ਉਹ ਸਮਝ ਆਊਗਾ ਕਿ ਇਹ ਪਰਸਨ ਹੈ। ਠੀਕ ਹੈ, ਪੰਜਾਬੀ ਵਾਲੇ ਬੰਦੇ ਨੂੰ ਆਪਾਂ ਕੁੱਤਾ ਦਿਖਾਵਾਂਗੇ ਤਾਂ ਉਹ ਕੁੱਤਾ ਹੀ ਕਹੂਗਾ, ਡੌਗ ਨਹੀਂ ਕਹਿੰਦਾ। ਹੁਣ ਦੇਖੋ ਡਿਫਰੈਂਟ ਜੋ ਫਿਜ਼ੀਕਲ ਸਟਰਕਚਰ ਨੇ ਉਹਦੇ ਡਿਫਰੈਂਟ ਮੀਨਿੰਗ ਨੇ। ਹਰੇਕ ਲੈਂਗੁਏਜ ਡਿਫਰੈਂਟ ਨਾਮ ਨਾਲ ਉਹਨੂੰ ਜਾਣਿਆ ਜਾਂਦਾ, ਪਰ ਉਹਨਾਂ ਦਾ ਆਪਸ ਦੇ ਵਿੱਚ ਕੋਈ ਰਿਲੇਸ਼ਨ ਨਹੀਂ। ਠੀਕ ਹੈ, ਇਹਨੂੰ ਆਪਾਂ ਕਹਿੰਦੇ ਆ ਆਰਬਿਟਰੀ ਔਰ ਰੈਂਡਮ। ਠੀਕ ਹੈ, ਬਾਕੀ ਐਗਜ਼ਾਮਪਲ ਦੇ ਥਰੂ ਤੁਹਾਨੂੰ ਕਰਵਾਉਂਗਾ। ਦੂਸਰੀ ਚੀਜ਼ ਕੀ ਕਹਿ ਰਹੇ ਨੇ? ਲੈਂਗੁਏਜ ਇਜ਼ ਸੋਸ਼ਲ। ਮੈਮ ਕਹਿ ਰਹੇ ਨੇ ਲੈਂਗੁਏਜ ਇਜ਼ ਸੋਸ਼ਲ।
मैम की कह रहे ने ਇਹਦਾ मतलब की है लैंग्वेज कहते समाजिक है ਇਹਦਾ मतलब की है कि जो भी सोशल एक्टिविटीज ने अपनी सोसाइटी है वो लैंग्वेज ਤੇ इंपैक्ट करती है राइट ਆਪਾਂ अगर अपने फ्रेंड्स ਦੇ ਵਿੱਚ ਬੈਠੇ ਹਾਂ ਤਾਂ ਆਪਾਂ ਕਿਸ ਤਰ੍ਹਾਂ ਦੀ ਲੈਂਗੁਏਜ ਦਾ ਯੂਜ਼ ਕਰਦੇ ਹਾਂ ਔਰ ਆਪਾਂ ਆਪਣੇ ਘਰਦਿਆਂ ਸਾਹਮਣੇ ਬੈਠੇ ਹਾਂ ਤਾਂ ਆਪਾਂ ਕਿਸ ਤਰੀਕੇ ਦੀ ਲੈਂਗੁਏਜ ਦਾ ਯੂਜ਼ ਕਰਦੇ ਹਾਂ ਤਾਂ ਡੈਫੀਨੇਟਲੀ ਯਾਰ ਸੋਸਾਇਟੀ ਕੀ ਕਰਦੀ ਹੈ ਇੰਪੈਕਟ ਕਰਦੀ ਹੈ ਆਪਣੀ ਬੋਲਣ ਦੇ ਤਰੀਕੇ ਨੂੰ ਆਪਣੇ ਵਰਡਸ ਦੀ ਆਪਾਂ ਕੀ ਵਰਡ ਉੱਤੇ ਚੂਜ਼ ਕਰ ਰਹੇ ਹਾਂ ਲਾਈਕ ਆਪਾਂ ਫਰੈਂਡ ਦੇ ਵਿੱਚ ਦੇਖੋ ਗੱਪਾ ਛੱਪਾ ਮਾਰਦੇ ਹਾਂ ਤਾਂ ਆਪਾਂ ਕਿਸ ਤਰ੍ਹਾਂ ਦੇ ਥੋੜੇ ਅਬਿਊਜ਼ਿੰਗ ਵਰਡ ਵੀ ਯੂਜ਼ ਕਰਦੇ ਹਾਂ ਬਟ ਆਪਾਂ ਜਦੋਂ ਫੈਮਿਲੀ ਸਾਹਮਣੇ ਜਾਂ ਕਿਸੇ ਬੜੇ ਸਾਹਮਣੇ ਬੈਠਦੇ ਹਾਂ ਤਾਂ ਆਪਾਂ ਸਿੰਸੀਅਰ ਵਰਡ ਯੂਜ਼ ਇਹਨੂੰ ਚੀਜ਼ ਨੂੰ ਕਹਿ ਰਹੇ ਆਪਾਂ ਲੈਂਗੁਏਜ ਕੀ ਹੈ ਸੋਸ਼ਲ ਹੁਣ ਗੱਲ ਕਰਦੇ ਹਾਂ ਜੀ ਕਹਿੰਦੇ ਲੈਂਗੁਏਜ ਇਜ਼ ਸਿਸਟਮੈਟਿਕ ਇਹ ਇੱਕ ਸਿਸਟਮੈਟਿਕ ਤਰੀਕਾ ਹੈ ਠੀਕ ਹੈ ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ ਗ੍ਰਾਮਰ ਤੇ ਵੋਕੈਬ ਨੂੰ ਪ੍ਰੋਪਰਲੀ ਅਰੇਂਜ ਕਰਨਾ ਹੈ ਹੁਣ ਮੈਂ ਕਹਿੰਦਾ ਹੀ ਗੋਜ਼ ਟੂ ਸਕੂਲ ਉਹ ਸਕੂਲ ਜਾ ਠੀਕ ਹੈ ਔਰ ਦੂਸਰਾ ਮੈਂ ਕਹਿੰਦਾ ਗੋਜ਼ ਹੀ ਟੂ ਸਕੂਲ ਇਹਦਾ ਕੋਈ ਮਤਲਬ ਨਹੀਂ ਬਣਿਆ ਦੇਖੋ ਚਾਰੋਂ ਵਰਡ ਮੈंने ਉਹੀ ਯੂਜ਼ ਕੀਤੇ ਬਟ ਇਹਨੂੰ ਆਇਆ ਸਿਸਟਮੈਟਿਕ ਤਰੀਕੇ ਨਾਲ ਨਹੀਂ ਲਿਖਿਆ ਤਾਂ ਕਰਕੇ ਲੈਂਗੁਏਜ ਨੂੰ ਆਪਾਂ ਨੂੰ ਸਿਸਟਮੈਟਿਕ ਤਰੀਕੇ ਨਾਲ ਲਿਖਣਾ ਪਊਗਾ ਤੇ ਗੱਲ ਕਰਦੇ ਹਾਂ ਕਹਿੰਦੇ ਲੈਂਗੁਏਜ ਇਜ਼ ਵੋਕਲ ਵਰਬਲ ਐਂਡ ਸਾਊਂਡ देखो लैंग्वेज कोई भी है अगर आप देखो साउंड नहीं प्रोड्यूस कर रहे मे भी साइन लैंग्वेज ਨੂੰ ਛੱਡ ਕੇ ਠੀਕ ਹੈ ਆਪਾਂ ਨੂੰ ਲੈਂਗੁਏਜ ਨੂੰ ਕੀ ਹੋਣੀ ਚਾਹੀਦੀ ਹੈ ਵੋਕਲ ਵੀ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਆਪਾਂ ਕੀ ਹੈ ਉਹਨੂੰ ਆਪਾਂ ਬੋਲ ਕੇ ਸਮਝਾ ਸਕੀਏ ਓਰਲੀ ਗੱਲ ਸਮਝਾ ਸਕੀਏ ਵਰਬਲ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਸਾਊਂਡ ਵੀ ਜ਼ਰੂਰੀ ਹੋਣਾ ਚਾਹੀਦਾ ਹੈ ਨੈਕਸਟ ਗੱਲ ਕਰਦੇ ਹਾਂ ਲੈਂਗੁਏਜ ਇਜ਼ ਨॉन ਇੰਸਟਿੰਕਟਿਵ ਔਰ ਕਨਵੈਨਸ਼ਨਲ ਦੇਖੋ ਇਹ ਮਤਲਬ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਿਓ ਕਹਿੰਦੇ ਲੈਂਗੁਏਜ ਕੀ ਹੈ ਨॉन ਇੰਸਟਿੰਕਟਿਵ ਹੈ ਨॉन ਇੰਸਟਿੰਕਟਿਵ ਕੀ ਹੁੰਦਾ ਕਿ ਮੰਨ ਲਓ ਇਹ ਕਦੇ ਵੀ ਕੀ ਨਹੀਂ ਹੋ ਸਕਦੀ ਹੈਰੀਡਿਟਰੀ ਆਪਾਂ ਨੂੰ ਨਹੀਂ ਆਪਾਂ ਨੂੰ ਆਪਣੇ ਪੂਰਵਜਾਂ ਤੋਂ ਕਿਸੇ ਹੈਰੀਡਿਟਰੀ ਨਹੀਂ ਮਿਲੀ ਜਿਵੇਂ ਜਾਨਵਰ ਕੀ ਨੇ ਲਾਈਕ ਇੱਕ ਕੈਟ ਦੀ ਐਗਜ਼ਾਮਪਲ ਲਗਾ ਲਓ ਇੱਕ ਕੈਟ ਨੇ ਦੂਜੀ ਕੈਟ ਨੂੰ ਆਪਣੀ ਗੱਲ ਸਮਝਾਣੀ ਹੈ ਤਾਂ ਉਹਨਾਂ ਨੂੰ ਇੱਕ ਹੈਰੀਡਿਟਰੀ ਸਿਸਟਮ ਪ੍ਰੋਡਿਊਸ ਹੁੰਦਾ ਹੈ ਕਿ ਉਹ ਇੱਕ ਦੂਜੇ ਨੂੰ ਸਮਝਾ ਸਕਦੇ ਨੇ ਕਿ ਉਹ ਕੀ ਕਹਿਣਾ ਚਾਹ ਰਹੇ ਨੇ ਬਿਨਾਂ ਬੋਲੇ ठीक है बट जो एक इंसान ने दूजे इंसान को समझाना तो उन्होंने एक लैंग्वेज की जरूरत पैंदी है तो कहते हैं लैंग्वेज की है ये इवॉल्व हुई है एक कन्वेंशन के थ्रू इवॉल्व हुई है हौली हौली काफ़ी टाइम प्रोसैस के विच तो उन्होंने आप की कहने नॉन इंस्टिंक्टिव है ये खत्म भी नहीं ठीक है हो सकती तो कन्वेंशनल है तो जो एप्लीकेबल है सारी जगह तो कोई चीज़ एप्लीकेबल ठीक है बाकी क्लीयर करूंगा कोई दिक्कत नहीं टेंशन ना लो अगर तुहानू थोड़ा बहुत घट समझ आता एक बार जस्ट एक आइडिया लै लो लैंग्वेज की है कहते प्रोडक्टिव भी है और क्रिएटिव भी है डेफिनेटली ये सब तो बेस्ट एग्जांपल है कि है जी लिटरेचर देखो आप इवॉल्व करते आ रहे हैं कई सालों तो वो कुछ न्यू वर्ड्स ऐड भी होंगे जाते हैं कुछ डिलीट भी होंगे जाते हैं तां करके आप कहने लैंग्वेज प्रोडक्टिव और क्रिएटिव लैंग्वेज इज ए सिस्टम ऑफ कम्युनिकेशन डेफिनेटली देखो अगर आप किसी ना कम्युनिकेट करना है या तो आपको बोलना पऊगा या आपको लिखना पऊगा या फिर किसी भी तरीके साइन लैंग्वेज यूज करनी पऊगी इसलिए लैंग्वेज की है कम्युनिकेशन का मीडियम ਤੇ ਡੈਫੀਨੇਟਲੀ ਲਾਸਟ ਬਟ ਨਾਟ ਲੀਸਟ ਸਭ ਤੋਂ ਇੰਪੋਰਟੈਂਟ ਕਹਿੰਦੇ ਲੈਂਗੁਏਜ ਇਜ਼ ਹਿਊਮਨ ਐਂਡ ਸਟਰਕਚਰਲੀ ਕੰਪਲੈਕਸ ਹਿਊਮਨ ਦਾ ਮਤਲਬ ਕੀ ਹੈ ਸਾਰੇ ਜਾਣਦੇ ਨੇ ਮਨੁੱਖ ਕਹਿੰਦੇ ਲੈਂਗੁਏਜ ਕੀ ਹੈ ਦੇਖੋ ਕਹਿੰਦੇ ਆਦਮੀਆਂ ਵਾਸਤੇ ਮਨੁੱਖਾਂ ਵਾਸਤੇ ਹੀ ਹੈ ਲੈਂਗੁਏਜ ਇਹ ਕਿਸੇ ਐਨੀਮਲਸ ਵਾਸਤੇ ਨਹੀਂ ਹੈ ਅਗਰ ਮੰਨ ਲਓ ਕਹਿੰਦੇ ਤੁਸੀਂ ਅਗਰ ਲਾਈਕ ਅਗਰ ਮੰਨ ਲਓ ਤੁਸੀਂ ਕਿਸੇ ਇਨਸਾਨ ਨੂੰ ਲੈਂਗੁਏਜ ਸਿਖਾਣੀ ਹੈ ਤਾਂ ਡੈਫੀਨੇਟਲੀ ਕਹਿੰਦੇ ਕੁਝ ਥਿਊਰੀਜ਼ ਵੀ ਆਪਾਂ ਇਹਦੇ ਰਿਗਾਰਡਿੰਗ ਪੜਾਂਗੇ ਜਿਵੇਂ ਆਪਾਂ ਜਿਵੇਂ ਆਪਾਂ ਕੀ ਨਾ ਚੌਮਸਕੀ ਆਊਗਾ ਤੇ ਉਹਦੇ ਵਿੱਚ ਉਹ ਡਿਫਰੈਂਟਲੀ ਦੱਸੂਗਾ ਕਿ ਜੋ ਲੈਂਗੁਏਜ ਹੈ ਹਿਊਮਨ ਦੇ ਵਿੱਚ ਨਾ ਇੱਕ LAD ਹੁੰਦਾ ਲਰਨਰ ਐਕੁਜੀਸ਼ਨ ਡਿਵਾਈਸ ਆਲਰੇਡੀ ਇਨਬਿਲਟ ਹੁੰਦਾ ਕਿ ਉਹ ਲੈਂਗੁਏਜ ਸਿੱਖ ਸਕਦੇ ਨੇ ਠੀਕ ਹੈ ਬਟ ਅਗਰ ਆਪਾਂ ਜਾਨਵਰਾਂ ਦੀ ਗੱਲ ਕਰੀਏ ਤਾਂ ਜਾਨਵਰ ਛੇਤੀ ਲੈਂਗੁਏਜ ਨਹੀਂ ਸਿੱਖ ਸਕਦੇ ਫॉर एग्जांपल ਤੁਸੀਂ ਗੱਲ ਕਰ ਸਕਦੇ ਹੋ ਲਾਈਕ ਆਪਾਂ ਬਚਪਨ ਦੇ ਵਿੱਚ ਕਾਰਟੂਨ ਦੇਖਿਆ ਕਰਦੇ ਸੀ ਜਿਸ ਚ ਸਿੰਬਾ ਬਖਸ਼ਾ ਠੀਕ ਹੈ ਬਟ ਉੱਥੇ ਉਹ ਕੀ ਦਿਖਾ ਰਹੇ ਸੀ ਕਾਰਟੂਨ ਕੀ ਕਰਦੇ ਨੇ ਲੈਂਗੁਏਜ ਬੋਲਦੇ ਨੇ बट वो एक फेक चीज है देखो कोई भी इंसान है जो ओहो की कर सकता है वो लैंग्वेज सीख सकता है ठीक है बट जो एनिमल्स ने वो कदे भी बोल नहीं सकते देखो एक एक्सैप्शन जरूर है पैरट की है अपनी गल नूं रिपीट करता है अगर गल करी ठीक है हुण आपां कल्ली कल्ली चीज समझते हैं विद एग्जांपल टेंशन लैण दी बिल्कुल भी जरूरत नहीं है चलो लैंग्वेज कहंदे की है लैंग्वेज इज ए सिंबॉलिक सिस्टम लैंग्वेज की एक सिंबॉलिक सिस्टम है यानी कि देखो हुण मैं गल करदा जी लाइन किस वर्ड तो मिलके बने LION देखो अगर ये चार सिंबल नूं मैं आपस दे विच कंबाइन किया तो एक मीनिंगफुल वर्ड मेरे को आके बनिया ठीक है तो आपां नूं की कवांगे यह एक लैंग्वेज के सिंबल दे नाल रिप्रजेंट करदे आ अगर अपने को देखो A तो Z इंग्लिश दे विच सिंबल ना होण तो आपां किवें फिर लैंग्वेज नूं कन्वर्ट करांगे तो लैंग्वेज की है एक कॉम्बीनेशन ऑफ सिंबल है सिंबलां तो मिलके बनी हुंदी है उन्हां नूं एक प्रॉपर तरीके नाल अरेंज करना
ठीक है। चलो की कहते ने, कहते एनी लैंग्वेज लर्न हाउ द लैंग्वेज सिंबॉलिक मेड अप ऑफ लिंग्विस्टिक साइंस एंड सिंबल्स ਕੰਬੀਨੇਸ਼ਨ ਇਹਨਾਂ ਦਾ ਕੰਬੀਨੇਸ਼ਨ ਕੀ ਕਰਦਾ ਹੈ ਸਾਈਨ ਫਾਰਮ ਏ ਕੋਡ ਔਰ ਇੱਕ ਕੋਡ ਨੂੰ ਕੀ ਕਰਦਾ ਜਿਹੜਾ ਆਪਾਂ ਨੂੰ ਮੀਨਿੰਗ ਬਣਾਉਣ ਦੇ ਵਿੱਚ ਹੈਲਪਫੁਲ ਠੀਕ ਹੈ ਤੁਸੀਂ ਰੀਡ ਵੀ ਕਰ ਸਕਦੇ ਚਲੋ ਨੈਕਸਟ ਗੱਲ ਕਰਦੇ ਹਾਂ ਹੁਣ ਆ ਗਿਆ ਇੰਪੋਰਟੈਂਟ ਕਰੈਕਟਰਿਸਟਿਕ ਇਹ ਬਹੁਤ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਪਰ ਤੁਹਾਨੂੰ ਮੈਂ ਸਮਝਾ ਦੂੰਗਾ ਕਿ ਲੈਂਗੁਏਜ ਕੀ ਕਹਿੰਦੇ ਨੇ ਇੱਕ ਆਰਬਿਟਰਰੀ ਹੈ ਆਰਬਿਟਰਰੀ ਦਾ ਮਤਲਬ ਕੀ ਹੈ ਲਾਈਕ ਉਰੇ ਇੱਕ ਟੇਬਲ ਪਿਆ ਠੀਕ ਹੈ ਤੁਸੀਂ ਟੇਬਲ ਦੇਖ ਸਕਦੇ ਹੋ ਤੁਹਾਨੂੰ ਪਤਾ ਕਿ ਟੇਬਲ ਕਿਸ ਤਰੀਕੇ ਦਾ ਹੁੰਦਾ ਮੇਜ਼ ਕਹਿ ਦਿੰਦੇ ਆਪਾਂ ਪੰਜਾਬੀ ਚ ठीक है तो आप अपनी पंजाबी भी उरे लिखते हैं ठीक है पंजाबी भाषा दे आप इनू की कहने हैं पंजाबी भाषा च आप कहने हुण गल करते हैं जी इंग्लिश दे विच इनू टेबल कहा जाता है अगर आप इंडोनेशिया चलीए उन्होंने मेज़ा कहते हैं और अरेबिक दे विच इनू मकताबन देखो लैटिन दे विच इनू टैबुला और पंजाबी च इनू कहने हैं ठीक है हुण एक उरे कैट हैगी सी कैट बैठी सी कैट ते एक माइंड दे विच एक क्वेश्चन आया क्वेश्चन की है जी कहते वाई डू दिस लैंग्वेज हैव डिफरेंट नेम टू कॉल दिस थिंग ਕਹਿੰਦੇ ਹੈਗਾ ਤਾਂ ਟੇਬਲ ਹੀ ਹੈ ਯਾਰ ਇਹਨੂੰ ਸਾਰੇ ਜਣੇ ਅਲੱਗ-ਅਲੱਗ ਨਾਮ ਨਾਲ ਕਿਉਂ ਬੁਲਾ ਰਹੇ ਨੇ ਠੀਕ ਹੈ ਕਿ ਇਹਨਾਂ ਦੇ ਵਿੱਚ ਇਸ देयर एनी ਪੈਟਰਨ ਟੂ ਨੇਮ ਆਈ ਥਿੰਕ ਕਿ ਇਹਦੇ ਵਿੱਚ ਕੋਈ ਅਗਰ ਇਹਦੇ ਵਿੱਚ ਦੇਖੋ ਕੋਈ ਪੈਟਰਨ ਹੁੰਦਾ ਕਿ ਇਸ ਤਰੀਕੇ ਦੀ ਚੀਜ਼ ਨੂੰ ਆਪਾਂ ਬੁਲਾਣਾ ਹੈ ਤਾਂ ਡੈਫੀਨੇਟਲੀ ਉਹਨੂੰ ਸਾਰੀ ਜਗ੍ਹਾ ਤੇ ਇੱਕੋ ਹੀ ਨਾਮ ਨਾਲ ਬੁਲਾਇਆ ਜਾਂਦਾ ਇਸ ਲਈ ਕਹਿੰਦੇ ਵੀ ਇਹਦੀ ਸ਼ੇਪ ਤੇ ਇਹਦੇ ਨਾਮ ਦੇ ਵਿੱਚ ਕੋਈ ਪੈਟਰਨ ਐਗਜ਼ਿਸਟ ਨਹੀਂ ਕਰਦਾ ਇਸ ਗੱਲ ਨੂੰ ਆਪਾਂ ਕੀ ਕਹਿੰਦੇ ਆ ਲੈਂਗੁਏਜ ਕੀ ਹੈ ਆਰਬਿਟਰਰੀ ਜੋ ਇਹਦਾ ਨੇਮ ਹੈ ਇਹਦੀ ਫਿਜ਼ੀਕਲ ਸਟਰਕਚਰ ਦੇ ਕੰਪੈਰੀਜ਼ਨ ਚ कोई एग्जिस्ट नहीं है कोई सिमिलरिटी नहीं है इसलिए एक आर्बिट्ररी लैंग्वेज है हर एक लैंग्वेज अपनी ओरिजिन के नाल डेवलप हुई है इसलिए किसी भी जो फिजिकल चीज नाल उहदा संबंध नहीं है आई होप तुहानू समझ आ गया होगा ते गल करते हैं जी थर्ड चीज हुण कहंदे लैंग्वेज की सिस्टमैटिक है सिस्टमैटिक मैं तुहानू ऑलरेडी भी दस्सिया सी सिस्टम दे अकॉर्डिंग ही गोज टू एक आप सिस्टम के तरीके ਨਾਲ ਲਿਖਿਆ सब तो पहला ਆਪਾਂ ਨੂੰ सब्जैक्ट लिखना पऊगा फिर ਆਪਾਂ ਨੂੰ वर्ब लिखनी पऊगी फिर ਆਪਾਂ ਨੂੰ ऑब्जेक्ट लिखना पऊगा ਹੁਣ अगर मैं लिखदा ਇਹਨੂੰ goes he to देखो कि मैं इस तरीके ਨਾਲ लिखूंगा सेंटेंस सही है नहीं जी ये सेंटेंस गलत है ਆਪਾਂ ਨੂੰ लैंग्वेज ਨੂੰ ਇੱਕ सिस्टमैटिक तरीके ਦੇ ਨਾਲ ग्रामेटिकली भी सही होना चाहिए ਤੇ वर्ड्स वोकैबुलरी भी सही होनी चाहिए है मान लो मैं goes ਨੂੰ लिखता o e g s ਤਾਂ ਇਹ कोई मतलब नहीं बने और लैंग्वेज ਨੂੰ अगर सिस्टमैटिकली सीखना है ਆਪਾਂ ਤਾਂ ਆਪਾਂ ਅੱਗੇ ਪੜਾਂਗੇ ठीक है अपने ਕੋਲ ਆਊਗਾ LSRW ਦਾ ਕਨਸੈਪਟ ਯਾਨੀ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਲਿਸਨ ਕਰਨੀ ਪਊ ਫਿਰ ਸਪੀਕ ਫਿਰ ਰੀਡ ਔਰ ਰਾਈਟਿੰਗ ਇਹ ਵੀ ਇੱਕ ਸਰਕਲ ਦੇ ਵਿੱਚ ਹੀ ਆਪਾਂ ਨੂੰ ਕਰਨੀ ਪੈਂਦੀ ਹੈ ਰਾਈਟ ਹੈ ਜੀ ਚਲੋ लैंग्वेज की एक सिस्टमैटिक तरीके आप समझ गए हुण गल करते हैं कहते लैंग्वेज की एक सोशल चीज है देखो मैं तो एग्जांपल दी सी ना बेस्ट कि मान लो लैंग्वेज की एक सोशल चीज है और तुहाडा जो बिहेवियर है वो ठीक है सोशल इन्फ्लुएंस नाल की करदा इफेक्ट होंदा है किवें लाइक अज मान लो आपां फ्रेंड्स दे विच बैठे हां फ्रेंड्स दे विच आपां पार्टी कर रहे हैं तो अपनी लैंग्वेज थोड़ी एब्यूजिव हो सकती है आपां किस तरह की कन्वर्सेशन कर रहे हैं किस तरह के वर्ड यूज कर रहे हैं और आपां किहदे विच बैठे हां फैमिली दे विच बैठे फैमिली च आपां नूं थोड़ा जिहा कॉन्शियस रहना पैंदा कॉन्शियस रह के आपां जो भी वर्ड यूज करते हैं थोड़े जे ज़्यादा सिंसीयर ते रिस्पैक्टेड वर्ड आपां नूं यूज करने पैंदे ਤਾਂ लैंग्वेज की है कि सोसाइटी अपने ते इंपैक्ट करती है आपां जिह जी जगह ते बैठे हैं वही वर्ड आपां यूज करांगे और जिस भी परसन नाल आपां कन्वर्सेशन कर रहे हैं उस दे अकॉर्डिंग आपां नूं गल करनी पऊ चलो जी हुण गल आंदी है जी कहंदे लैंग्वेज इज नॉन इंस्टिंक्टिव ते कन्वेंशनल ये बहुत अच्छी चीज़ है इन्हूं समझण दी कोशिश करियो लैंग्वेज की है कहंदे मान लो कोई दो परसन डिसाइड कर लैण कि यार अज तो आपां अपनी एक डिफरेंट लैंग्वेज बनाने आ आपां सिर्फ वो लैंग्वेज दे विच ही गल करांगे ठीक है दो मान लो एक शोना बाबू ने उन्होंने कहता कि आपां अखां अखां दे विच गल करांगे जां फिर आपां की करांगे लैंग्वेज नूं आपां कहंदे ने आपां की कवांगे पानी नूं मम कवांगे ठीक है ये कहंदे आपां पानी नूं मम कवांगे डेफिनेटली इन्होंने पानी नूं मम कहना स्टार्ट करता पर इन्हां दोवां दी जो लैंग्वेज है कोई एप्लीकेबल नहीं है अगर आप वर्ल्ड लैवल ते अगर आप इन्हां दोवां दे ग्रुप तो बाहर देखिए क्योंकि यह लैंग्वेज दे विच की है ये सिर्फ कोई एवं लैंग्वेज कोई भी उन्होंने आप मानता नहीं कह सकते लैंग्वेज नहीं कह सकते जो किसी ग्रुप के म्यूचुअली अंडरस्टैंड दे नाल बन गई हो ठीक है उन्होंने आप कहने नॉन इंस्टेंट यानी कि इन्हों कोई भी म्यूचुअली अंडरस्टैंड नाल नहीं बना सकते कोई भी लैंग्वेज नहीं कह सकते और जो अपनी लैंग्वेज दे विच लाइक एप्पल नूं आपां एप्पल ही कहांगे ठीक है मान लो इस गर्ल ने डिसाइड किया कि यह एप्पल नूं की कहूगी ये एप्पल नूं कहूगी देखो ये की लैन जा रही है नाल एप्पल दे नाल यह लैन जा रही है ऑरेंज इन्हें कहता मैं एप्पल नूं ऑरेंज कहूगी तो इन्हें पूछा कि शॉपकीपर नूं कि सर ऑरेंज की रेट ने
ਤਾਂ ਉਹਨੇ ਤਾਂ orange ਦਾ ਰੇਟ ਦੱਸਿਆ, ਉਹ ਕਹਿੰਦੀ ਮੈਂ ਇਹ ਵਾਲੇ orange ਕੀ, ਸ਼ੌਪਕੀਪਰ ਕਹੂਗਾ ਨਾ ਕਿ ਇਹ ਪਾਗਲ ਹੋ ਗਈ ਹੈ, ਇਹਨੂੰ ਪਤਾ ਕਿ ਇਹਨੂੰ ਐਪਲ ਕਹਿ ਰਹੇ ਹੈ। ਤਾਂ ਡੈਫੀਨੇਟਲੀ ਇਹ ਕੋਈ ਆਪਣੀ ਕਨਵੈਨਸ਼ਨ ਦੇ ਅਕੋਰਡਿੰਗ ਆਪਾਂ ਨਹੀਂ ਕਰ ਸਕਦੇ। ਇਹ ਹੌਲੀ ਹੌਲੀ ਲੈਂਗੁਏਜ ਕਿਵੇਂ ਇਵੋਲਵ ਹੋਈ ਹੈ, ਹੌਲੀ ਹੌਲੀ ਐਵੋਲੂਸ਼ਨ ਦੇ ਨਾਲ ਆਈ ਹੈ ਤੇ ਕੁਝ ਕਨਵੈਨਸ਼ਨਾਂ ਦੇ ਨਾਲ ਐਵੋਲੂਟ ਹੋ ਕੇ ਆਈ। ਆਪਾਂ ਆਪਣੀ ਮਰਜ਼ੀ ਨਾਲ ਕੋਈ ਵੀ ਲੈਂਗੁਏਜ ਨੂੰ ਡਿਫਰੈਂਟ ਕ੍ਰੀਏਟ ਨਹੀਂ ਹੈ, ਨॉन ਇੰਸਟਿੰਕਟਿਵ ਐਂਡ ਕਨਵੈਨਸ਼ਨਲ ਹੈ। ਹੁਣ ਗੱਲ ਕਰਦੇ ਹਾਂ ਸਭ ਤੋਂ ਇੰਪੋਰਟੈਂਟ, ਕਹਿੰਦੇ ਲੈਂਗੁਏਜ ਇਜ਼ ਹਿਊਮਨ ਹੈ। ਦੇਖੋ ਕਹਿੰਦੇ ਜੋ ਵੀ ਲੈਂਗੁਏਜ ਹੈ ਹਿਊਮਨ ਦੇ ਵਿੱਚ ਇੱਕ ਐਲਏਡੀ ਹੁੰਦਾ, ਅੱਗੇ ਥਿਊਰੀ ਦੇ ਵਿੱਚ ਆਪਾਂ ਪੜਾਂਗੇ ਲੈਂਗੁਏਜ ਐਕੁਜੀਸ਼ਨ ਡਿਵਾਈਸ, ਕਿ ਲੈਂਗੁਏਜ ਅਗਰ ਕਿਸੇ ਹਿਊਮਨ ਨੂੰ ਸਿਖਾਣੀ ਹੈ ਤਾਂ ਪੋਸੀਬਲ ਹੈ, ਹਿਊਮਨ ਨੂੰ ਆਪਾਂ ਸਿਖਾ ਸਕਦੇ ਹਾਂ ਔਰ ਹਿਊਮਨ ਦੇ ਵਿੱਚ ਹੀ ਇਹ ਕਨਵਰਸੇਸ਼ਨ ਦਾ ਮੀਡੀਅਮ ਹੋ ਸਕਦੀ ਹੈ। ਠੀਕ ਹੈ, ਅਗਰ ਆਪਾਂ ਕਿਸੇ ਜਾਨਵਰਾਂ ਨੂੰ ਬਿਠਾ ਕੇ ਔਰ ਉਹਨਾਂ ਨੂੰ ਧੱਕੇ ਨਾਲ ਪੜਾਉਣਾ ਚਾਹੀਏ ਕਿ ਬੋਲੋ ਪੜੋ ਇਹ ਲੈਂਗੁਏਜ, ਪੜੋ ਪੰਜਾਬੀ ਚ ਸਿੱਖੋ ਕੀ ਕਹਿੰਦੇ ਨੇ, ਠੀਕ ਹੈ, ਤਾਂ ਇਹ ਜਾਨਵਰਾਂ ਤੇ ਕੋਈ ਬਸ ਦੀ ਗੱਲ ਨਹੀਂ, ਇਹ ਲੈਂਗੁਏਜ ਨਹੀਂ ਸਮਝ ਸਕਦੇ। ਠੀਕ ਹੈ, ਇਹਨਾਂ ਦੇ ਅੰਦਰ ਦੇਖੋ ਥਿਊਰੀਜ਼ ਪੜੀਆਂ ਅੱਗੇ ਆਣਗੀਆਂ ਤੁਹਾਨੂੰ ਕਿ ਇਹਨਾਂ ਦੇ ਅੰਦਰ ਕੋਈ ਵੀ ਇਹੋ ਜਿਹਾ ਸੌਫਟਵੇਅਰ ਹੈ ਜੋ ਡਿਵੈਲਪ ਹੋਏ, ਠੀਕ ਹੈ, ਕਿ ਇਹ ਲੈਂਗੁਏਜ ਨੂੰ ਸਮਝ ਸਕਣ ਜਾਂ ਬੋਲ ਸਕਣ, ਆਪਾਂ ਕਿੰਨੀ ਕੋਸ਼ਿਸ਼ ਕਰ ਲਈਏ। ਠੀਕ ਹੈ, ਅੱਛਾ ਜੀ, ਚਲੋ ਹੁਣ ਆ ਬਿੱਲੀਆਂ ਅਗਰ ਆਪਣੇ ਆਪਸ ਦੇ ਵਿੱਚ ਡਿਸਕਸ ਕਰ ਰਹੀਆਂ ਨੇ, ਆਪਾਂ ਇਨਸਾਨਾਂ ਤੇ ਕਹਿੰਦੇ ਕਿਵੇਂ ਰੂਲ ਕਰਨਾ, ਇਹ ਟੀਚ ਕਰ ਰਹੀਆਂ ਨੇ ਹੋਰ ਬਿੱਲੀਆਂ ਨੂੰ। ਇਹ ਦੇਖੋ ਇਹਨਾਂ ਦੀ ਇੱਕ ਆਪਣਾ ਮੀਡੀਅਮ ਹੈ, ਉਹ ਆਪਣੇ ਮੀਡੀਅਮ ਦੇ ਅਕੋਰਡਿੰਗ ਗੱਲ ਕਰ ਸਕਦੇ ਨੇ, ਬਟ ਇਹ ਕੋਈ ਲੈਂਗੁਏਜ ਨਹੀਂ ਕਰ, ਠੀਕ ਹੈ, ਇਹ ਗਲਤ ਹੈ। ਓਕੇ, ਚਲੋ ਹੁਣ ਆਪਾਂ ਪੜ੍ਹਦੇ ਹਾਂ ਜੀ ਆਪਣੇ ਟੌਪਿਕ ਦੀ ਗੱਲ ਕਿ ਲਰਨਿੰਗ ਐਂਡ ਐਕੁਜੀਸ਼ਨ ਕੀ। ਮੈਂ ਤੁਹਾਨੂੰ ਮੋਟਾ ਫਰਕ ਦੱਸਦਾ। ਜੋ ਵੀ ਇੱਕ ਬੇਬੀ ਸਟਾਰਟਿੰਗ ਦੇ ਵਿੱਚ ਲੈਂਗੁਏਜ ਨੂੰ ਸਿੱਖਦਾ, ਲਾਈਕ ਮੰਮਾ ਪਾਪਾ, ਉਹਨੂੰ ਆਪਾਂ ਕੁਝ ਵੀ ਨਹੀਂ ਸਿਖਾਉਂਦੇ, ਉਹ ਆਪਣੇ ਆਪ ਹੀ ਸੁਣ ਕੇ ਬੋਲ ਕੇ ਇਹ ਚੀਜ਼ਾਂ ਸਿੱਖ ਜਾਂਦਾ। ਜਾਂ ਆਪਾਂ ਕਹਿੰਦੇ ਆ ਤਾਂ ਉਸਨੂੰ ਕੀ ਕਹਿੰਦੇ ਆ, ਐਕਵਾਇਰ ਕਰਨਾ। ਜੋ ਬੱਚਾ ਚੀਜ਼ ਡੈਫੀਨੇਟਲੀ ਐਕਵਾਇਰ ਕਰਦਾ ਮਤਲਬ ਜੋ ਆਟੋਮੈਟਿਕਲੀ ਨੈਚੁਰਲੀ ਚੀਜ਼ ਨੂੰ ਸਿੱਖਦਾ, ਜਦ ਕਿ ਉਹਨੂੰ ਕੋਈ ਸਿਖਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਹੁੰਦੇ, ਜਾਂ ਫਿਰ ਉਹ ਚੀਜ਼ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਹੈ, ਉਹਨੂੰ ਕਹਿੰਦੇ ਆ ਐਕੁਜੀਸ਼ਨ। ਔਰ ਇਹਦਾ ਉਲਟਾ ਅਗਰ ਉਹਨੂੰ ਪ੍ਰੋਪਰ ਤਰੀਕੇ ਨਾਲ ਸਿਸਟਮੈਟਿਕ ਫਾਰਮਲ ਤਰੀਕੇ ਦੇ ਨਾਲ ਕੌਨਸ਼ੀਅਸ ਮਾਈਂਡ ਦੇ ਵਿੱਚ ਉਹਨੂੰ ਪ੍ਰੋਪਰ ਸਿੰਬਲ ਦੇ ਗ੍ਰਾਮੈਟਿਕਲੀ ਸਿਖਾਇਆ ਜਾਂਦੀ ਹੈ, ਲਰਨਿੰਗ। ਠੀਕ ਹੈ, ਮੋਟਾ ਫਰਕ ਹੋ ਗਿਆ। ਚਲੋ ਹੁਣ ਗੱਲ ਕਰਦੇ ਹਾਂ ਲਰਨਿੰਗ ਦੇਖੋ ਬੇਸਿਕਲੀ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਲਰਨਿੰਗ ਕੀ ਹੈ, ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ, ਕੋਈ ਵੀ ਨਈ ਸਕਿੱਲ ਨੂੰ ਸਿੱਖਦੇ ਹਾਂ, ਐਕਵਾਇਰ ਕਰਦੇ ਹਾਂ ਤੇ ਆਪਣੀ ਨੌਲੇਜ ਦੇ ਵਿੱਚ ਕੋਈ ਨਾ ਕੋਈ ਇੰਪਰੂਵਮੈਂਟ ਕਰਦੇ ਹਾਂ। ਲਰਨਿੰਗ ਆਪਾਂ ਉਹਨੂੰ ਹੀ ਕਹਿੰਦੇ ਹਾਂ। ਲਰਨਿੰਗ ਦੀ ਦੇਖੋ ਹਰੇਕ ਬੰਦੇ ਦੀ ਆਪਣੀ ਇੱਕ ਕੈਪੈਸਿਟੀ ਹੁੰਦੀ ਹੈ, ਕੋਈ ਬੰਦਾ ਕਿਸੇ ਤੋਂ ਜ਼ਿਆਦਾ ਸਿੱਖਦਾ, ਕੋਈ ਕਿਸੇ ਤੋਂ ਘੱਟ ਸਿੱਖਦਾ। ਠੀਕ ਹੈ, ਐਵਰੀਵਨ ਇਜ਼ ਡਿਫਰੈਂਟ ਫਰੋਮ ਦਾ ਅਨਦਰ ਇਨ ਐਕਵਾਇਰਿੰਗ ਸਕਿੱਲਸ, ਔਰ ਉਹਨਾਂ ਦੀ ਰੇਟ ਆਫ ਸਪੀਡ ਦੀ ਲਰਨਿੰਗ ਦੀ ਅਲੱਗ ਹੋ ਸਕਦੀ। ਰਾਈਟ ਹੈ ਜੀ। ਅੱਛਾ ਜੀ, ਲਰਨਿੰਗ ਦੀ ਅਗਰ ਟਾਈਪਸ ਦੀ ਗੱਲ ਕਰੀਏ, ਮੰਨ ਲਓ ਆਪਾਂ ਕਿ ਬੇਬੀ ਨੂੰ ਐਜ਼ਿਊਮ ਕਰੋ, ਬੇਬੀ ਸਭ ਤੋਂ ਪਹਿਲਾਂ ਛੋਟਾ ਬੇਬੀ ਹੈ, ਠੀਕ ਹੈ, ਜਾਂ ਫਿਰ ਕੋਈ ਬੜੇ ਨੂੰ ਵੀ ਐਜ਼ਿਊਮ ਕਰ ਸਕਦੇ ਹਾਂ। ਲਰਨਿੰਗ ਦੇ ਕੁਝ 3 ਤਰੀਕੇ ਦੀ ਲਰਨਿੰਗਸ, ਕੁਝ ਚੀਜ਼ਾਂ ਜੋ ਆਪਾਂ ਕੀ ਕਰਦੇ ਹਾਂ, ਆਪਣੀ ਜੋ ਮਸਲਸ ਨੇ ਉਹਨਾਂ ਦੇ ਕੋਆਰਡੀਨੇਸ਼ਨ ਨਾਲ ਸਿੱਖਦੇ ਹਾਂ, ਯਾਨੀ ਕਿ ਫਿਜ਼ੀਕਲ ਐਕਟੀਵਿਟੀ ਦੇ ਨਾਲ ਸਿੱਖਦੇ ਹਾਂ। ਪਹਿਲੀ ਲਰਨਿੰਗ ਨੂੰ ਆਪਾਂ ਕਹਿੰਦੇ ਹਾਂ ਮੋਟਰ ਲਰਨਿੰਗ। ਮੋਟਰ ਲਰਨਿੰਗ ਦੇ ਵਿੱਚ ਕੀ ਹੁੰਦਾ ਜੀ, ਇਹਦੇ ਵਿੱਚ ਜਿਵੇਂ ਹੀ ਆਪਣੀ ਮਸਲਸ ਦਾ ਕੋਆਰਡੀਨੇਸ਼ਨ ਯੂਜ਼ ਹੁੰਦਾ ਤਾਂ ਡੈਫੀਨੇਟਲੀ ਉਹ ਚੀਜ਼ਾਂ ਆਪਣੇ ਵਿੱਚ ਇਨਵਿਲਟ ਹੋ ਜਾਂਦੀਆਂ। ਲਾਈਕ ਅਗਰ ਤੁਸੀਂ ਉਹਨੂੰ ਡਰਾਈਵਿੰਗ ਸਿੱਖਣੀ ਹੈ, ਠੀਕ ਹੈ, ਤੁਹਾਡੇ ਹੈਂਡ ਤੇ ਲੱਤਾਂ ਦੀ ਮੂਵਮੈਂਟ ਆਪਣੇ ਆਪ ਹੀ ਆਟੋਮੈਟਿਕ ਸੈਟ ਹੋ ਜੂ। ਸਵਿਮਿੰਗ ਸਿੱਖਣੀ ਹੈ, ਉਹਦੇ ਲਈ ਰਨਿੰਗ ਲਈ, ਠੀਕ ਹੈ, ਇਹ ਚੀਜ਼ਾਂ ਤੁਹਾਨੂੰ ਸਿੱਖਣ ਲਈ ਫਿਜ਼ੀਕਲ ਐਕਟੀਵਿਟੀ ਕਰਨੀ ਹੀ ਪਊਗੀ। ਅਗਰ ਮੈਂ ਤੁਹਾਨੂੰ ਕਹਦਾ ਕਿ ਸਵਿਮਿੰਗ ਦੇਖੋ ਐਵੇਂ ਹੱਥ ਮਾਰਨੇ ਨੇ ਹੋਰ ਕੁਝ ਨਹੀਂ ਕਰਨਾ, ਤਾਂ ਤੁਹਾਨੂੰ ਬਿਨਾਂ ਪ੍ਰੈਕਟੀਕਲ ਐਕਟੀਵਿਟੀ ਤੋਂ ਇਹ ਚੀਜ਼ਾਂ ਨਹੀਂ ਆਣੀ। ਠੀਕ ਹੈ, ਇਹਨੂੰ ਕੀ ਕਹਿੰਦੇ ਆ, ਮੋਟਰ ਲਰਨਿੰਗ। ਦੂਸਰੀ ਗੱਲ ਹੁੰਦੀ ਹੈ ਜੀ ਵਰਬਲ ਲਰਨਿੰਗ, ਜਿਨ੍ਹਾਂ ਨੂੰ ਆਪਾਂ ਕੀ ਕਰ ਸਕਦੇ ਹਾਂ, ਸਮਝਾ ਕੇ, ਪਿਕਚਰ ਦਿਖਾ ਕੇ, ਵਰਡ ਬੋਲ ਕੇ ਕੋਈ ਵੀ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਨਹੀਂ ਕਰਨੀ ਪੈਂਦੀ, ਆਪਾਂ ਸਿਰਫ ਇਹਨੂੰ ਸਿੱਖ ਸਕਦੇ ਹਾਂ। ਤਾਂ ਇਸ ਤਰੀਕੇ ਦੀ ਵਰਬਲ ਲਰਨਿੰਗ ਕਹਿੰਦੇ ਆ। ਔਰ ਜੋ ਥਰਡ ਟਾਈਪ ਦੀ ਲਰਨਿੰਗ ਆਊਗੀ ਉਹ ਆਂਦੀ ਹੈ ਜੀ ਕਨਸੈਪਚੁਅਲ ਲਰਨਿੰਗ। ਇਹ ਥੋੜੀ ਜੀ ਕੰਪਲੈਕਸ ਤੇ ਡਿਫਿਕਲਟ ਹੈ, ਇਹਦੇ ਲਈ ਆਪਾਂ ਨੂੰ ਥੋੜੀ ਥਿੰਕਿੰਗ ਨੂੰ ਹੋਰ ਜ਼ਿਆਦਾ ਗਰੋ ਕਰਨਾ ਪੈਂਦਾ। ਠੀਕ ਹੈ, ਇਹ ਰਿਸਰਚ ਲੈਵਲ ਦੇ ਵਿੱਚ ਜਾਂ ਫਿਰ ਕੋਈ ਮੈਥ ਦਾ, ਰੀਜ਼ਨਿੰਗ ਦਾ ਕੋਈ ਡਿਫਿਕਲਟ ਕੁਐਸਚਨ ਕੱਢਣਾ, ਜੋ ਚੀਜ਼ ਇਹਦੇ ਵਿੱਚ ਆਪਾਂ ਨੂੰ ਆਊਗੀ ਉਹ ਆਪਾਂ ਕਹਿੰਦੇ ਆ ਕਨਸੈਪਚੁਅਲ ਲਰਨਿੰਗ। ਰਾਈਟ ਹੈ। ਅੱਛਾ ਜੀ, ਨੈਕਸਟ ਗੱਲ ਕਰਦੇ ਹਾਂ ਕੁਝ ਫੈਕਟਰ ਨੇ ਜੋ ਲਰਨਿੰਗ ਨੂੰ ਅਫੈਕਟ ਕਰਦੇ ਨੇ। ਮੇਨਲੀ ਆਪਾਂ ਇਹਨੂੰ 3 ਕੈਟਾਗਰੀ ਦੇ ਵਿੱਚ ਵੰਡਿਆ। ਕੁਝ ਫੈਕਟਰ ਨੇ ਜੋ ਲਰਨਰ ਜੋ ਸਿੱਖ ਰਿਹਾ ਉਹਦੇ ਰਿਲੇਟਡ ਹੁੰਦੇ, ਠੀਕ ਹੈ, ਫਿਰ ਦੂਸਰੇ ਕੁਝ ਫੈਕਟਰ ਨੇ ਜੋ ਟੀਚਰ ਦੇ ਰਿਲੇਟਡ ਨੇ, ਤੀਜੇ ਇਨਵਾਇਰਨਮੈਂਟ ਦੇ। ਪਹਿਲਾਂ ਗੱਲ ਕਰਦੇ ਹਾਂ ਜੀ ਜੋ ਸਿੱਖ ਰਿਹਾ ਉਹਦੇ ਰਿਲੇਟਡ ਫੈਕਟਰਸ ਤੇ ਮੇਨਲੀ ਡਿਪੈਂਡ ਕੀ ਕਰਦਾ ਕਿ ਉਹਦੀ ਮੋਟੀਵੇਸ਼ਨ ਕਿੰਨੀ ਹੈ, ਉਹ ਕਿੰਨਾ ਡਿਟਰਮਾਈਨ ਹੈ ਆਪਣੇ ਕੰਮ ਨੂੰ ਕਰਨ ਦੇ ਲਈ, ਕਿੰਨਾ ਡਿਟਰਮਾਈਨ ਹੈ ਲੈਂਗੁਏਜ ਨੂੰ ਸਿੱਖਣ ਦੇ ਲਈ, ਕਿੰਨੇ ਉਹਦੇ ਕੋਲ ਐਕਸਾਈਟਮੈਂਟ ਹੈ, ਜਾਂ ਫਿਰ ਉਹਦੀ ਮੈਂਟਲੀ ਕਪੈਸਿਟੀ, ਐਫੀਸ਼ੀਐਂਸੀ ਜਾਂ ਇੰਟਰਸਟ ਕਿੰਨਾ ਹੈ, ਉਹਦੀ ਜਨਰਲ ਹੈਲਥ ਕਿੰਨੀ ਐਕਟਿਵ ਸਾਥ ਦੇ ਰਹੀ ਹੈ, ਉਹਦੀ ਅਟੈਂਸ਼ਨ ਰੈਡਲੀਨੈਸ ਜਾਂ ਫਿਰ
विल पावर किन्नी है, ये लर्नर्स दी कैपेसिटीज ने कि वो लैंग्वेज ਨੂੰ ਕਿੰਨੀ ਜਲਦੀ ਗ੍ਰੈਪ ਕਰ। दूसरा टीचर ਦਾ ਕੀ डिपेंड करता जी कि वो टीचर जो पढ़ा रहा ਉਹਦੀ उस सब्जैक्ट ਤੇ कमांड किन्नी है, ਉਹਦਾ कम्युनिकेशन ਕਰਨ ਦਾ ਤਰੀਕਾ ਕੀ ਹੈ, ਉਹ ਆਪਣੀ ਨੌਲੇਜ ਨੂੰ ਦੂਸਰੇ ਨੂੰ ਐਕਸਪ੍ਰੈਸ ਕਰ ਪਾ ਰਿਹਾ ਨਹੀਂ ਕਰ ਪਾ ਰਿਹਾ। ਮੰਨ ਲਓ ਕਿਸੇ ਟੀਚਰ ਕੋਲ ਬਹੁਤ ਅੱਛੀ ਨੌਲੇਜ ਹੈ ਬਟ ਉਹਦਾ ਐਕਸਪ੍ਰੈਸ ਕਰਨ ਦਾ ਤਰੀਕਾ ਇਹ ਜਿਹਾ ਕਿ ਉਹ ਸਮਝਾ ਹੀ ਨਹੀਂ ਪਾਉਂਦੇ, ਠੀਕ ਹੈ, ਤਾਂ ਡੈਫੀਨੇਟਲੀ ਦੇਖੋ ਉਹ ਇੱਕ ਬੱਚੇ ਨੂੰ ਇਫੈਕਟ ਕਰੂਗਾ ਹੀ ਕਰੂਗਾ। और थर्ड गल करते हैं टीचर की परसनैलिटी और एटीट्यूड टूवर्ड लर्नर्स, अगर वो सीख रहे हैं उन्होंने परसनैलिटी तो एटीट्यूड की पॉजिटिव तरीके नाल समझा रहे हैं नहीं समझा रहे, या अच्छा बिहेवियर कर रहे हैं नहीं कर रहे, यानी कि एक बार समझ तो उन्होंने समझ नहीं आ रहा तो डेफिनेटली वो दूसरी बार पूछ रहे हैं कि नहीं पूछ। ये सब चीज़ां मैटर करदियां ने टीचर। ਤੇ ਕੁਝ ਫੈਕਟਰਸ ਲਾਈਕ ਫੈਕਟਰ ਜੋ ਆਪਣੇ ਇਨवायरमेंटल फैक्टर मतलब जो रिसोर्सिस अवेलेबल यानी कि टीचिंग मीडियम ਕਿਹੜਾ ਚੱਲ ਰਿਹਾ ਹੈ ਤੇ ਰਿਸੋਰਸ यानी कि ਉਹਨੂੰ ਵਿਜ਼ੂਅਲਾਈਜ਼ ਪਿਕਚਰਾਈਜ਼ ਫਾਰਮ ਦੇ ਵਿੱਚ ਦਿਖਾ ਕੇ ਆਪਾਂ ਕਰਾਉਂਦੇ ਆ, ਐਕਸਪੈਰੀਮੈਂਟ ਵਗੈरह ਕਰਵਾਏ ਜਾ ਰਹੇ ਨੇ, ਫਿਜ਼ੀਕਲ ਉਹਨੂੰ ਆਪਾਂ ਘੁਮਾ ਰਹੇ ਆ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਇਨਵਾयरमेंट ਤੇ ਡਿਪੈਂਡ ਕਰ। ਦੇਖੋ ਐਜੂਕੇਸ਼ਨ ਦੇਖੋ ਇਹ ਜੀ ਚੀਜ਼ ਹੈ ਕਿ ਕਹਿੰਦੇ ਆਪਾਂ ਐਜੂਕੇਸ਼ਨ ਇਜ਼ ਦ ਮੋਸਟ ਇੰਪੋਰਟੈਂਟ ਟੂਲ ਜਾਂ ਵੈਪਨ ਦੈਟ ਵੀ ਕੈਨ ਚੇਂਜ ਦ ਵਰਲਡ। एजुकेशन नाल आपां की कर सकते हैं पूरे वर्ल्ड में भी कर सकते हैं। यह हथियार है तो गवर्नमेंट ने एक आपां नूं एक्ट पास किया राइट ऑफ चिल्ड्रन फ्री एंड कंपलसरी एजुकेशन 2009 2009 ਦੇ ਵਿੱਚ ਆਪਾਂ ਨੇ ਕੀ ਕੀਤਾ ਜੀ ਕੰਪਲਸਰੀ ਐਕਟ ਕੀਤਾ ਸੀ ਔਰ ਆਪਾਂ ਨੇ ਇਹਨੂੰ ਫੰਡਾਮੈਂਟਲ ਰਾਈਟਸ ਤੇ ਫੰਡਾਮੈਂਟਲ ਇਨਵੋਲਵ ਕਰਤਾ, ਆਪਾਂ ਨੂੰ ਪਤਾ ਹੋਣਾ ਚਾਹੀਦਾ। ਹੁਣ ਗੱਲ ਕਰਦੇ ਹਾਂ ਲਰਨਿੰਗ, ਆਪਾਂ ਨੇ ਦੇਖ ਲਿਆ ਲਰਨਿੰਗ ਤੇ ਐਕੁਜੀਸ਼ਨ ਦੇ ਵਿੱਚ ਕੁਝ ਚੀਜ਼ਾਂ ਦੇਖਦੇ ਹਾਂ। ਕਹਿੰਦੇ ਜਦੋਂ ਲੈਂਗੁਏਜ ਲਰਨਡ ਨੈਚੁਰਲੀ, ਇੱਕ ਛੋਟਾ ਬੱਚਾ ਦੇਖੋ ਆਪਣੇ ਆਪ ਹੀ ਸਿੱਖਦਾ ਹੈ ਔਰ ਵਿਦਆਊਟ ਐਨੀ ਸਿਸਟਮੈਟਿਕ, ਕਿਸੇ ਵੀ ਬਿਨਾਂ ਸਿਸਟਮੈਟਿਕ ਤਰੀਕੇ ਤੋਂ ਤਾਂ ਉਹਨੂੰ ਕੀ ਕਹਿੰਦੇ ਆ ਐਕੁਜੀਸ਼ਨ ਕਿਹਾ ਜਾਂਦਾ, ਠੀਕ ਹੈ। ਔਰ ਕੋਈ ਵੀ ਜੋ ਮਦਰ ਟੰਗ ਹੁੰਦੀ ਹੈ, ਫਰਸਟ ਲੈਂਗੁਏਜ ਹੁੰਦੀ ਹੈ ਜੋ ਬੱਚੇ ਦੀ ਮਦਰ ਟੰਗ, ਉਹ ਹਮੇਸ਼ਾ ਬੱਚਾ ਕੀ ਕਰਦਾ ਐਕਵਾਇਰ ਕਰਦਾ, ਔਰ ਸੈਕੰਡ ਲੈਂਗੁਏਜ ਦਾ ਕੋਈ ਵੀ ਦੂਸਰੀ ਲੈਂਗੁਏਜ ਰੂਲ ਦੇ ਅਕੋਰਡਿੰਗ ਸਿੱਖਦਾ, ਉਹਨੂੰ ਆਪਾਂ ਕੀ ਕਹਿੰਦੇ ਉਹ ਹਮੇਸ਼ਾ ਲਰਨ ਕਰਦਾ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ ਫਰਸਟ ਲੈਂਗੁਏਜ ਤੇ ਸੈਕੰਡ। ਤੇ ਗੱਲ ਕਰਦੇ ਹਾਂ ਕਹਿੰਦੇ ਲਰਨਿੰਗ ਤੇ ਐਕੁਜੀਸ਼ਨ ਦੋਨੋਂ ਇੱਕ ਕੰਪਲੀਮੈਂਟਰੀ ਨੇ, ਦੋਨੋਂ ਇੱਕ ਦੂਜੇ ਨਾਲ ਰਿਲੇਟਡ ਨੇ, ਠੀਕ ਹੈ, ਕੰਪਲੀਮੈਂਟਰੀ ਨੇ। ਪਹਿਲਾਂ ਉਹਨੂੰ ਐਕਵਾਇਰ ਕਰੂਗਾ ਫਿਰ ਉਸ ਤੋਂ ਬਾਅਦ ਉਹਨੂੰ ਲਰਨਿੰਗ ਕਰਨੀ ਈਜ਼ੀ ਵੀ ਹੁੰਦੀ ਹੈ, ਠੀਕ ਹੈ। ਅਗਰ ਉਹਨੂੰ ਇੱਕ ਲੈਂਗੁਏਜ ਆਉਂਦੀ ਹੈ ਤਾਂ ਦੂਸਰੀ ਲੈਂਗੁਏਜ ਵੀ ਈਜ਼ੀ ਹੁੰਦੀ ਹੈ। ਲਰਨਰ ਐਕਵਾਇਰ ਲੈਂਗੁਏਜ ਵੈਨ ਇਟ ਇਜ਼ ਇਨ ਨੈਚੁਰਲ ਇਨਵਾਇਰਨਮੈਂਟ। ਲਰਨਰਸ ਕਦੋਂ ਐਕਵਾਇਰ ਕਰਦੇ ਨੇ ਜਦੋਂ ਉਹਨਾਂ ਨੂੰ ਨੈਚੁਰਲ ਇਨਵਾਇਰਨਮੈਂਟ ਹੀ ਰੱਖਿਆ ਜਾਂਦਾ। ਚਲੋ ਗੱਲ ਕਰਦੇ ਹਾਂ ਜੀ ਲੈਂਗੁਏਜ ਐਕੁਜੀਸ਼ਨ ਦੇ ਵਿੱਚ ਹੋਰ ਕੁਝ। ਲੈਂਗੁਏਜ ਐਕੁਜੀਸ਼ਨ ਇਜ਼ ਦ ਪ੍ਰੋਸੈਸ ਬਾਈ ਵਿਚ ਹਿਊਮਨ ਐਕਵਾਇਰ ਕੈਪੈਸਿਟੀ ਟੂ ਪ੍ਰੋਡਿਊਸ ਯੂਜ਼ ਵਰਡ ਟੂ ਅੰਡਰਸਟੈਂਡ ਐਂਡ ਕਮਿਊਨੀਕੇਸ਼ਨ, ਠੀਕ ਹੈ। ਐਕਵਾਇਰੇਸ਼ਨ ਕੀ ਹੁੰਦਾ, ਹਿਊਮਨ ਐਕਵਾਇਰ ਕੀ ਕਰਦਾ, ਲੈਂਗੁਏਜ ਨੂੰ ਐਕਵਾਇਰ ਕਰਦਾ, ਉਹਦੀ ਕੈਪੈਸਿਟੀ ਹੈ ਕਿ ਉਹ ਕਿੰਨੇ ਵਰਡ ਨੂੰ ਅੰਡਰਸਟੈਂਡ ਕਰ ਪਾ ਰਿਹਾ ਤੇ ਕਮਿਊਨੀਕੇਟ ਕਰ ਪਾ ਰਿਹਾ ਮੋਸਟ ਪ੍ਰੋਬਬਲੀ ਉਹਨੂੰ, ਠੀਕ ਹੈ। ਜੋ ਉਹਦੀ ਕੈਪੈਸਿਟੀ ਹੈ ਸਿੰਟੈਕਸ ਨੂੰ ਫੋਨਟੈਕਸ ਨੂੰ, ਇਹਦੇ ਵਿੱਚ ਕੀ ਹੁੰਦਾ ਸਿੰਟੈਕਸ ਯਾਨੀ ਕਿ ਉਹਦਾ ਸਟਰਕਚਰ, ਫੋਨਟੈਕਸ ਉਹਦੀ ਸਾਊਂਡ ਵਗੈਰਾ, ਉਹਦੀ ਐਕਸਟੈਂਟਿਵ ਵੋਕੈਬਲਰੀ, ਇਹ ਉਹਨੂੰ ਸਾਰਾ ਕੁਝ ਸਿੱਖਣਾ ਪੈਂਦਾ, ਉਹਦੀ ਲਰਨ ਕਰਨਾ ਪੈਂਦਾ, ਠੀਕ ਹੈ। ਇਨਵੋਲਵ ਹੁੰਦੇ ਆ ਉਹਦੀ ਡਿਫਰੈਂਟ ਕੈਪੇਬਿਲਿਟੀਜ਼, ਯਾਨੀ ਕਿ ਜੋ ਵੀ ਸਟੂਡੈਂਟ ਜੋ ਵੀ ਬੱਚਾ ਇਹ ਚੀਜ਼ਾਂ ਸਿੱਖ ਰਿਹਾ ਉਹ ਪ੍ਰੋਪਰ ਇਹ ਚੀਜ਼ਾਂ ਤੇ ਧਿਆਨ ਦਿੰਦਾ ਤੇ ਇਹਨੂੰ ਫਰਸਟ ਲੈਂਗੁਏਜ ਐਕਵਾਇਰ ਕਰਦਾ, ਹਮੇਸ਼ਾ ਸੈਕੰਡ ਲੈਂਗੁਏਜ ਲਰਨ ਕਰਦਾ, ਠੀਕ ਹੈ। ਉਹਦੀ ਕੈਪੈਸਿਟੀ ਡਿਫਰੈਂਟ ਹੁੰਦੀ ਹੈ। ਪਰ ਆਪਾਂ ਕੁਝ ਆਪਾਂ ਨੂੰ ਕੁਐਸਚਨ ਕਿੱਥੋਂ ਆਉਂਦਾ, ਦੇਖੋ ਐਮਸੀਕਿਊਜ਼ ਦੇ ਵਿੱਚ ਆਪਾਂ ਕੀ ਜਾਂਦੀਆਂ ਨੇ ਹਮੇਸ਼ਾ ਆਊਗਾ ਕਿ ਨੈਚੁਰਲੀ ਕਿਹੜੀ ਲੈਂਗੁਏਜ ਹੁੰਦੀ ਹੈ, ਐਕੁਜੀਸ਼ਨ ਹੁੰਦਾ ਹੈ ਨੈਚੁਰਲੀ ਜਾਂ ਲਰਨਿੰਗ ਹੁੰਦੀ ਹੈ। ਯਾਦ ਰੱਖਿਓ ਐਕਵਾਇਰ ਹਮੇਸ਼ਾ ਨੈਚੁਰਲੀ ਕਰਦਾ ਔਰ ਆਰਟੀਫਿਸ਼ੀਅਲੀ ਲਰਨ ਕਰਦਾ, ਠੀਕ ਹੈ। ਇਹ ਪਰਸਨਲ ਹੁੰਦੀ ਹੈ, ਟੈਕਨੀਕਲ ਹੁੰਦੀ ਹੈ। ਔਰ ਗੱਲ ਕਰਦੇ ਹਾਂ ਜੀ ਕੌਨਸ਼ੀਅਸ ਸਬਕੌਨਸ਼ੀਅਸ ਦੇ ਉੱਤੇ ਕੁਐਸਚਨ ਆਉਂਦਾ ਕਿ ਜਦੋਂ ਬੱਚੇ ਦਾ ਮਾਈਂਡ ਸਬਕੌਨਸ਼ੀਅਸ ਹੁੰਦਾ, ਉਹਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਂ ਲੈਂਗੁਏਜ ਸਿੱਖਣੀ ਹੈ ਬਟ ਉਹ ਆਟੋਮੈਟਿਕ ਐਕਵਾਇਰ ਕਰ ਲੈਂਦਾ, ਉਹਨੂੰ ਐਕਵਾਇਰ ਕਰਨਾ। ਔਰ ਜਦੋਂ ਆਪਾਂ ਕੌਨਸ਼ੀਅਸ ਮਾਈਂਡ ਨਾਲ ਪ੍ਰੋਪਰ ਸਿੱਖਦੇ ਹਾਂ ਰੂਲ ਨਾਲ, ਫਾਰਮਲ ਇੰਸਟਰਕਸ਼ਨ ਦੇ ਤਰੀਕੇ ਨਾਲ, ਤਾਂ ਆਪਾਂ ਕੀ ਕਹਿੰਦੇ ਹਾਂ ਲਰਨਿੰਗ, ਠੀਕ ਹੈ। ਔਰ ਗੱਲ ਕਰਦੇ ਹਾਂ ਜੀ ਜੋ ਆਪਣਾ ਕੀ ਹੈ ਫੋਕਸ ਕੀ ਹੁੰਦਾ, ਇਹਦੇ ਤੇ ਕਮਿਊਨੀਕੇਸ਼ਨ ਤੇ ਫੋਕਸ ਹੁੰਦਾ, ਇਹਦੇ ਤੇ ਕਮਿਊਨੀਕੇਸ਼ਨ ਤੇ ਫੋਕਸ ਨਹੀਂ ਹੁੰਦਾ, ਲੈਂਗੁਏਜ ਨੂੰ ਬਣਾਉਣ ਤੇ, ਠੀਕ ਹੈ। ਇਹ ਕੁਛ ਇਸ ਤਰੀਕੇ ਦੇ ਜੋ ਇੰਪੋਰਟੈਂਟ ਚੀਜ਼ਾਂ ਨੇ, ਇਹਨਾਂ ਦੇ ਵਿੱਚ ਡਿਫਰੈਂਸ ਤੁਸੀਂ ਦੇਖ ਸਕਦੇ ਹੋ। ਫਿਰ ਆਪਾਂ ਦੇਖੋ ਜੀ ਕੁਝ ਥਿਊਰੀਜ਼ ਆਉਣਗੀਆਂ, ਆਪਾਂ ਬੇਸਿਕ ਜਿਹਾ ਆਈਡੀਆ ਲੈ ਲੈਣੇ ਆ ਅੱਜ, ਠੀਕ ਹੈ। ਬੇਸਿਕ ਪਿਆਜ਼ੇ ਦੀ ਥਿਊਰੀ ਕੀ ਕਹਿ ਰਹੀ ਹੈ ਕਿ ਲੈਂਗੁਏਜ ਕੀ ਹੈ, ਜਦੋਂ ਵੀ ਬੱਚਾ ਸਟਾਰਟਿੰਗ ਦੇ ਵਿੱਚ ਉਹ ਆਪਣੇ ਆਪ ਹੀ ਕੋਗਨੀਟਿਵ ਡਿਵੈਲਪਮੈਂਟ ਦਾ ਮਤਲਬ ਕੀ ਹੈ ਕਿ ਉਹ ਆਪਣੇ ਆਪ ਹੀ ਡਿਵੈਲਪ ਹੁੰਦਾ ਟਾਈਮ ਦੇ ਅਕੋਰਡਿੰਗ, ਹੌਲੀ ਹੌਲੀ ਉਹ ਚੀਜ਼ਾਂ ਨੂੰ ਅਡੈਪਟ ਕਰਨਾ ਸਟਾਰਟ ਕਰ ਦਿੰਦਾ। ਅਡੈਪਟ ਕਰਨ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ, ਅਡੈਪਟ ਕਰਨ 'ਚ ਕਿ ਉਹ ਚੀਜ਼ਾਂ ਨੂੰ ਅਸੀਮੀਲੇਟ ਕਰਨਾ ਤੇ ਅਕੋਮੋਡੇਸ਼ਨ ਕਰਨਾ, ਦੋ ਚੀਜ਼ਾਂ ਸਟਾਰਟ ਕਰਦਾ, ਅਸੀਮੀਲੇਟ ਕਰਨੀਆਂ ਤੇ ਅਕੋਮੋਡੇਟ। ਅਸੀਮੀਲੇਟ ਕੀ ਹੁੰਦਾ ਜੀ ਕਿ ਜਿੰਨੀ ਉਹਦੀ ਨੌਲੇਜ ਹੈ ਉਹਦੇ ਵਿੱਚ ਕੁਛ ਨਾ ਕੁਛ ਐਡ ਕਰਨ ਨੂੰ ਅਸੀਮੀਲੇਸ਼ਨ ਕਹਿੰਦੇ ਨੇ। ਅਕੋਮੋਡੇਸ਼ਨ ਕੀ ਕਹਿੰਦਾ ਕੁਛ ਨਈ ਚੀਜ਼ ਸਿੱਖ, ਅਕੋਮੋਡੇਸ਼ਨ,
ठीक है। प्याजे की कह रहा है कि बच्चे की जो डेवलपमेंट हो रही है वो डेफिनेटली ऑटोमैटिकली ग्रोथ जिमें जिमें वो मैच्योर होगा उमें उमें डेवलपमेंट हो ही जाएगी। तो उन्हें 4 स्टेजा दित्तियां कि वो 4 स्टेजा ਦੇ ਵਿੱਚ सेंसरी मोटार प्री ऑपरेशनल कंक्रीट ऑपरेशनल और फॉर्मल ऑपरेशन इस तरीके नाल वो डेवलप हो। ठीक है, मोटा मोटा ਆਪਾਂ ने देखना है कि प्याजे ने की किया अडेप्टेशन असिमिलेशन अकोमोडेशन है और कोग्निटिव डेवलपमेंट ये अपने आप डेवलपमेंट हो रही है। और अगे की है जी चमोक्सी की गल करते हैं चमोस्की की गल करते हैं जी एक ही कह रहे हैं चॉम्स्की लैंग्वेज एक्विजिशन डिवाइस। ठीक है, कंसैप्ट की कह रहे हैं कहते LAD लैंग्वेज एक्विजिशन डिवाइस की है हर एक इंसान के अंदर एक डिवाइस है जिहदी हेल्प नाल की करता है वो इंसान ही लैंग्वेज कोई भी जानवर देखो लैंग्वेज क्यों नहीं सीखते क्योंकि उन्होंने कोल LAD नहीं है। ठीक है, चॉम्स्की की कह रहा है कि डेफिनेटली इंसान के अंदर एक सॉफ्टवेयर मौजूद है कि उन्होंने लैंग्वेज सीखना ईजी लगे। और थर्ड गल कहने हैं जी वाइगोस्की का कंसैप्ट है सोशल इंटरैक्शन कहते समाज की हेल्प तो बिना आप लैंग्वेज नहीं सीख सकते। जो भी कोई भी चिल्ड्रन समाज के विच रहिंदा वो इंटरैक्शन करता है तो डेफिनेटली वो लैंग्वेज सीख जाता। ठीक है, तो आप प्याजे ते वाइगोस्की दे विच देखो कंपैरिजन भी कर सकते हैं कि कह रहे सोशल कंस्ट्रक्टिविज्म कह रहे हैं एक कोग्निटिव कंस्ट्रक्ट सोशल मतलब समाजिक हेल्प दे नाल ये मतलब बच्चे दी डेवलपमेंट दे अकॉर्डिंग अपने आप ही मैच्योर दे नाल हो जाता है। ये कुछ चीज़ां ने जो आपां अच्छा जी अगर लैक्चर ਤੁਹਾਨੂੰ मैं एक इन्फॉर्मेशन और देनी चाह रहा बहुत आई होप ਤੁਹਾਨੂੰ सारा लैक्चर समझ आया होगा। ਹੁਣ ਆਪਾਂ ਨੇ ਮਾਸਟਰ ਕੈਡਰ ਲਈ PS ਟੈਟ ਦੇ ਲਈ ਬੈਚ ਸਟਾਰਟ ਕੀਤੇ ਨੇ ਜੋ ਵੀ ਸਟੂਡੈਂਟ ਸਾਡੇ ਨਾਲ ਇੰਟਰਸਟਿਡ ਨੇ ਇਹਨਾਂ ਫੋਨ ਨੰਬਰ ਤੇ ਕਾਲ ਕਰ ਲਓ ਤੇ ਕਾਲ ਕਰਨ ਚ ਕਿਸੇ ਨੇ ਵੀ ਸ਼ਰਮਾਣਾ ਨਹੀਂ ਹੈ। ਕੋਈ ਵੀ ਕੁਐਰੀ ਔਰ ਐਨੀ ਡਾਊਟ ਹੈ ਤਾਂ ਡੈਫੀਨੇਟਲੀ ਕਲੀਅਰ ਕਰਕੇ ਜਾਓ ਆਪਣਾ। ਠੀਕ ਹੈ, ਚਲੋ ਮਿਲਦੇ ਹਾਂ। आई होप ਤੁਸੀਂ ਸਾਰੇ ਸਾਡੇ ਨਾਲ ਮਿਲ ਕੇ ਤਿਆਰੀ ਕਰੋਗੇ ਤੇ ਆਪਣਾ 100% ਜੋ ਮਿਹਨਤ ਤੁਸੀਂ ਕਰੋਗੇ ਔਰ 100% ਕਰਾਂਗੇ ਇਸ ਤਰੀਕੇ ਨਾਲ ਆਪਾਂ 200% ਕਰਕੇ ਤੁਹਾਡਾ ਤੇ ਤੁਹਾਡੇ ਘਰਦਿਆਂ ਦਾ ਤੇ ਸਾਡਾ ਨਾਮ ਰੋਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਓਕੇ, ਥੈਂਕ ਯੂ ਸੋ ਮਚ ਸਾਰਿਆਂ ਨੂੰ।